रुदर त्यान ज्ञान सतगुर के, कब जन पल उन्ह जो गावै। भले अमरदास गुण तेरे, तेरी उपमा तोहे बाने आवे। ना हों जति सती नहीं पड़िया, मूर्ख मुगदा जन्म पया। प्रणवत नानक तिन की शरण, जिन तू नाही विसरिया। सज्जन सचा पातशाह, सिर शाह दशाह। जिस पास बैठिया सोहीए, सबना दा विसाह। जिस पास बैठिया सोहीए, सबना दा विसाह। सतनाम। श्री वाहिगुरु साहिब जी। सोरठ महला तीजा। घर पहला एक ओंकार, सतगुर प्रसाद। सेवक सेव करहे सब तेरी, जिना सबदा साध आया। गुर किरपा ते निर्मल होआ, जिन विच हो आप गवाया। आन दिन गुण गावहि नित साचे, गुर का शब्द सुहाया। सेवक सेव करहे सब तेरे, जिन सबदा साध आया। गुर किरपा ते निर्मल होआ, जिन विच हो आप गवाया। आन दिन गुण गावहे नित साचे, गुर का शब्द सुहाया। मेरे ठाकुर हम बारिक शरण तुम्हारी, एको सच्चा सच तू केवल आप मुरारी। रहाऊ जागत रहे तिनी प्रभ पाया, सब दे हूँ मैं मारी। गिरही मह सदा हर जाने उदासी, ज्ञान तत् विचारी। सतगुर सेव सदा सुख पाया, हर राखिया उर धारी। एह मनुआ दह दिस धावदा, दूजा भाई खुआया।
ਮਨ ਮੁਖ ਮੁਗਧ ਹਰ ਨਾਮ ਨਾ ਚੇਤਾ, ਬਿਰਥਾ ਜਨਮ ਗਵਾਇਆ। ਸਤਿਗੁਰ ਭੇਟੇ ਤਾ ਨਾਉ ਪਾਏ, ਹਉ ਮੈਂ ਮੋਹ ਚੁਕਾਇਆ। ਹਰ ਜਨ ਸਾਚੇ ਸਾਚ ਕਮਾਵਹਿ, ਗੁਰ ਕੈ ਸ਼ਬਦ ਵਿਚਾਰੇ। ਆਪੇ ਮੇਲ ਲਏ ਪ੍ਰਭ ਸਾਚਾ, ਸਾਚ ਰਖਿਆ ਉਰ ਧਾਰੇ। ਨਾਨਕ ਨਾਵਹੁ ਗਤ ਮਤ ਪਾਏ, ਏਹਾ ਰਾਸ ਹਮਾਰੇ। ਹਰ ਜਨ ਸਾਚੇ ਸਾਚ ਕਮਾਵਹਿ, ਗੁਰ ਕੈ ਸ਼ਬਦ ਵਿਚਾਰੇ। ਆਪੇ ਮੇਲ ਲਏ ਪ੍ਰਭ ਸਾਚਾ, ਸਾਚ ਰਖਿਆ ਉਰ ਧਾਰੀ। ਨਾਨਕ ਨਾਵਹੁ ਗਤ ਮਤ ਪਾਈ, ਏਹਾ ਰਾਸ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਤਖਤ ਚਵਰ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੇ ਜਾਗਤ ਜੋਤ ਸਰੂਪ ਸਤਿਗੁਰੂ, ਸਮੁੱਚੀ ਮਨੁੱਖਤਾ ਦੇ ਇੱਕੋ ਇੱਕ ਸਾਂਝੇ ਅਤੇ ਗਿਆਨ ਸਰੂਪ ਰਹਿਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਦੇਸ਼ ਵਿਦੇਸ਼ ਦੀ ਧਰਤੀ ਤੇ ਸੱਜ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ, ਮਨੁੱਖਤਾ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਜੋ ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਮੁਖ ਵਾਕ ਸਾਨੂੰ ਕਮਾਉਣ ਵਾਸਤੇ ਸਾਡੀ ਝੋਲੀ ਵਿੱਚ ਪਾਇਆ, ਉਸ ਪਾਵਨ ਮੁਖ ਵਾਕ ਦਾ ਪਾਠ ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਤੀਸਰੇ ਗੁਰਦੇਵ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਵਿੱਤਰ ਪਾਵਨ ਰਸਨਾ ਤੋਂ ਸੋਰਠ ਰਾਗ ਵਿੱਚ ਉਚਾਰਨ ਕੀਤਾ ਹੋਇਆ ਹੈ। ਵੈਸੇ ਵਿਦਵਾਨਾਂ ਨੇ ਸੋਰਠ ਨੂੰ ਇੱਕ ਰਾਗਣੀ ਮੰਨਿਆ, ਪਰ ਗੁਰੂ ਸਾਹਿਬ ਜੀ ਨੇ ਰਾਗਣੀਆਂ ਨੂੰ ਵੀ ਗੁਰਬਾਣੀ ਵਿੱਚ ਰਾਗ ਦਾ ਹੀ ਦਰਜਾ ਦਿੱਤਾ ਹੈ। ਔਰ ਇਸ ਪਾਵਨ ਸ਼ਬਦ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਜੋ ਕਿਰਪਾ ਬਖਸ਼ਿਸ਼ ਕਰ ਰਹੇ ਨੇ, ਸਾਡੀ ਝੋਲੀ ਵਿੱਚ ਜੋ ਉਪਦੇਸ਼ ਪਾ ਰਹੇ ਨੇ, ਜੋ ਸਾਨੂੰ ਸਮਝਾ ਰਹੇ ਨੇ, ਜੀਵਨ ਦਾ ਲਕਸ਼ ਬਖਸ਼ ਰਹੇ ਨੇ, ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਮਿਹਰ ਕਰਕੇ, ਦਇਆ ਕਰਕੇ ਇਸ ਦੀ ਵਿਚਾਰ ਕਰਵਾ ਲੈਣ ਤੇ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਇਸ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਕੇ ਗੁਰੂ ਸਾਹਿਬ ਜੀ ਵੱਲੋਂ ਦਿੱਤੇ ਹੋਏ ਉਪਦੇਸ਼ ਨੂੰ ਆਪਣੀ ਹਿਰਦੇ ਰੂਪੀ ਝੋਲੀ ਵਿੱਚ ਪਵਾਉਣ ਦਾ ਯਤਨ ਕਰੀਏ। ਆਓ ਪਿਆਰ ਵਿੱਚ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰਕੇ ਆਪਣੀ ਹਾਜ਼ਰੀ ਗੁਰਦੇਵ ਪਾਤਸ਼ਾਹ ਦੇ ਸਨਮੁਖ ਲਵਾਉਣ ਦਾ ਯਤਨ ਕਰੀਏ। ਪਿਆਰ ਵਿੱਚ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੀਆਂ ਜਿਹੜੀਆਂ ਰਹਾਉ ਵਾਲੀਆਂ ਪਵਿੱਤਰ ਪੰਕਤੀਆਂ ਨੇ, ਉਹਨਾਂ ਵਿੱਚ ਕਿਰਪਾ ਕਰਦੇ ਨੇ ਕਿ ਹੇ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ, ਅਸੀਂ ਬਾਰਕ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਵੇਖੋ, ਗੁਰਬਾਣੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਅਰਦਾਸ ਕਰਦੇ ਹਾਂ ਤੇ ਅਸੀਂ ਬਚਨ ਪੜ੍ਹਦੇ ਹਾਂ, ਤੂੰ ਮਾਤ ਪਿਤਾ ਹਮ ਬਾਰਕ ਤੇਰੇ। ਵਾਹਿਗੁਰੂ ਤੂੰ ਸਾਡਾ ਮਾਤਾ ਪਿਤਾ ਹੈ ਤੇ ਅਸੀਂ ਤੇਰੇ ਬਾਰਕ, ਅਸੀਂ ਤੇਰੇ ਬੱਚੇ ਹਾਂ। ਕਿਉਂਕਿ ਗੁਰੂ ਦੇ ਅੱਗੇ ਮਨੁੱਖ
ਉਮਰ ਕਰਕੇ ਭਾਵੇਂ ਕਿੰਨਾ ਵੀ ਸਿਆਣਾ ਹੋਵੇ ਪਰ ਉਹ ਇੱਕ ਬੱਚਿਆਂ ਵਰਗਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬੜਾ ਪਿਆਰਾ ਬਚਨ ਲਿਖਿਆ, ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਕਿ ਅਣਜਾਣ ਮਨੁੱਖ ਤੂੰ ਗੁਰੂ ਦੇ ਕੋਲ ਆ ਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ। ਜੇ ਤੂੰ ਆਪਣੇ ਜੀਵਨ ਦੇ ਅੰਦਰ ਗੁਰੂ ਦੀ ਮੱਤ ਨੂੰ ਗ੍ਰਹਿਣ ਨਹੀਂ ਕਰੇਗਾ ਤੇ ਪਾਤਸ਼ਾਹ ਜੀ ਕਹਿੰਦੇ ਦੁਨੀਆ ਵਿੱਚ ਦੇਖ ਵੱਡੇ ਵੱਡੇ ਆਪਣੇ ਆਪ ਨੂੰ ਸਿਆਣੇ ਕਹਿਲਾਉਣ ਵਾਲੇ ਜਿਹੜੇ ਨੇ ਉਹ ਮਨਮਤ ਦੇ ਸਾਗਰ ਵਿੱਚ ਡੁੱਬ ਗਏ, ਉਹਨਾਂ ਨੂੰ ਕੋਈ ਆਰ ਪਾਰ ਨਹੀਂ ਲੱਭਾ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ ਕਿ ਇਹ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਬਾਰਕ ਅਸੀਂ ਬੱਚੇ ਤੁਹਾਡੀ ਸ਼ਰਨ ਵਿੱਚ ਆਏ ਹਾਂ ਔਰ ਸਾਨੂੰ ਇਸ ਗੱਲ ਦਾ ਪਤਾ ਲੱਗਾ ਕਿਉਂਕਿ ਮਨੁੱਖ ਜਿਹੜਾ ਦੁਨੀਆ ਦੇ ਅੰਦਰ ਆਪਣੀ ਮਰਜ਼ੀ ਦੇ ਨਾਲ ਸ਼ਰਨ ਅਖਤਿਆਰ ਕਰਦਾ ਹੈ। ਗਰੀਬ ਮਨੁੱਖ ਕਈ ਵਾਰ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਕਿਸੇ ਅਮੀਰ ਦੀ ਸ਼ਰਨ ਵਿੱਚ ਚਲੇ ਜਾਂਦਾ ਹੈ। ਕੋਈ ਮਨੁੱਖ ਆਪਣੇ ਕੰਮਾਂ ਦੀ ਪੂਰਤੀ ਵਾਸਤੇ ਕਿਸੇ ਤਕੜੇ ਧਨਾੜ ਕਿਸੇ ਮਨਿਸਟਰ ਦੀ ਸ਼ਰਨ ਵਿੱਚ ਚਲੇ ਜਾਂਦਾ ਹੈ। ਪਰ ਜਿੰਨੀ ਵੀ ਦੁਨੀਆ ਦੇ ਉੱਤੇ ਹਰ ਮਨੁੱਖ ਆਪਣੀ ਮਰਜ਼ੀ ਮੁਤਾਬਕ ਸ਼ਰਨ ਅਖਤਿਆਰ ਕਰਦਾ, ਭਾਗਾਂ ਵਾਲਿਓ, ਕੋਈ ਵੀ ਸ਼ਰਨ ਸਦਾ ਰਹਿਣ ਵਾਲੀ ਨਹੀਂ। ਪਰ ਜਿਹੜੀ ਪ੍ਰਮਾਤਮਾ ਦੀ ਸ਼ਰਨ ਵਾਹਿਗੁਰੂ ਜੀ ਦੀ ਸ਼ਰਨ ਹੈ, ਪਾਤਸ਼ਾਹ ਜੀ ਕਹਿੰਦੇ ਸਾਨੂੰ ਇਸ ਗੱਲ ਦਾ ਗਿਆਨ ਹੋ ਗਿਆ। ਪਹਿਲੀ ਗੱਲ ਇਹ ਸਮਝਣੀ ਪੈ ਗਈ ਕਿ ਪ੍ਰਮਾਤਮਾ ਦੀ ਜਿਹੜੀ ਸ਼ਰਨ ਹੈ ਉਹ ਇੱਕ ਸੱਚੀ ਤੇ ਸਦੀਵੀ ਰਹਿਣ ਵਾਲੀ ਹੈ। ਵਾਹਿਗੁਰੂ ਸਦਾ ਰਹਿਣ ਵਾਲਾ ਹੈ। ਜਦੋਂ ਸਾਨੂੰ ਇਸ ਗੱਲ ਦਾ ਗਿਆਨ ਹੋ ਜਾਵੇਗਾ ਤੇ ਫਿਰ ਅਸੀਂ ਸਾਰੇ ਪਾਸਿਆਂ ਤੋਂ ਛੱਡ ਕਰਕੇ ਇੱਕ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਵਾਂਗੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਆਉਂਦਾ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੈ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਕਿਸੇ ਤਕੜੇ ਧਨਾੜ ਮਨੁੱਖ ਦੀ ਸ਼ਰਨ ਵਿੱਚ ਜਾਵਾਂਗੇ, ਜਿਹੜਾ ਉਹਦੇ ਤੋਂ ਵੱਡਾ ਹੋਵੇਗਾ ਉਹਦਾ ਖਤਰਾ ਸਾਡੇ ਉੱਤੇ ਰਹੇਗਾ। ਕਿਸੇ ਅਮੀਰ ਬੰਦੇ ਦੀ ਸ਼ਰਨ ਵਿੱਚ ਜਾਵਾਂਗੇ, ਉਹਦੇ ਤੋਂ ਜ਼ਿਆਦਾ ਅਮੀਰ ਜਿਹੜਾ ਮਨੁੱਖ ਹੈ ਉਹਦਾ ਖਤਰਾ ਸਾਡੇ ਮਨ ਵਿੱਚ ਰਹੇਗਾ। ਪਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਵੱਡਾ ਇਸ ਦੁਨੀਆ ਦੇ ਅੰਦਰ ਕੋਈ ਨਹੀਂ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ੁਰੂਆਤ ਮੇਰੇ ਪਾਤਸ਼ਾਹ ਜੀ ਨੇ ਇੱਕ ਓੰਕਾਰ ਤੋਂ ਕਰਕੇ ਦੁਨੀਆ ਦੇ ਲੋਕਾਂ ਨੂੰ ਦੱਸਿਆ ਕਿ ਭਾਈ ਭਾਵੇਂ ਦੁਨੀਆ ਵਿੱਚ 33 ਕਰੋੜ ਦੇਵੀ ਦੇਵਤਿਆਂ ਦੀ ਗੱਲ ਕੀਤੀ ਜਾਂਦੀ ਹੈ, ਪੀਰਾਂ ਪੈਗੰਬਰਾਂ ਰਹਿਬਰਾਂ ਦੀ ਗੱਲ ਕੀਤੀ ਜਾਂਦੀ ਹੈ, ਪਰ ਗੁਰੂ ਨਾਨਕ ਦੇ ਘਰ ਨੇ ਸਾਨੂੰ ਦੱਸਿਆ ਕਿ ਪ੍ਰਮਾਤਮਾ ਇੱਕ ਹੈ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਇੱਕੋ ਜਪ ਇੱਕੋ ਸਲਾਹ, ਇੱਕ ਨੂੰ ਜਪਣਾ ਹੈ, ਇੱਕ ਦੀ ਸਿਫਤ ਸਲਾਹ ਕਰਨੀ, ਇੱਕ ਦੇ ਨਾਲ ਜੁੜਨਾ, ਕਿਉਂਕਿ ਇੱਕ ਸਦਾ ਰਹਿਣ ਵਾਲਾ, ਇੱਕ ਸਦੀਵੀ ਹੈ, ਇੱਕ ਕਦੇ ਜਾਂਦਾ ਨਹੀਂ ਕਦੇ ਆਉਂਦਾ ਨਹੀਂ। ਆ ਸਾਡਾ ਸਰੀਰ ਜਿਹੜਾ ਸਾਨੂੰ ਪ੍ਰਮਾਤਮਾ ਨੇ ਦੁਨੀਆ ਦੀ ਯਾਤਰਾ ਕਰਨ ਵਾਸਤੇ ਇੱਕ ਗੱਡੀ ਦਿੱਤੀ ਹੈ। ਇਹ ਸਰੀਰ ਪਹਿਲਾਂ ਬੱਚਾ ਸੀ, ਫਿਰ ਜਵਾਨ ਹੋਇਆ ਔਰ ਇਸ ਤੋਂ ਬਾਅਦ ਬਜ਼ੁਰਗ ਹੋ ਜਾਵੇਗਾ। ਵੈਸੇ ਭਰੋਸਾ ਤੇ ਕੋਈ ਨਹੀਂ। ਜਦੋਂ ਅਸੀਂ ਬਾਣੀ ਪੜ੍ਹਦੇ ਮਹਾਰਾਜ ਸਾਹਿਬ ਜੀ ਨੇ ਤੇ ਗੱਲ ਨਿਬੇੜ ਦਿੱਤੀ, ਹਮ ਆਦਮੀ ਹਾਂ ਇੱਕਦਮੀ, ਮੋਲਤ ਮੋਤ ਨਾ ਜਾਣਾ। ਆ ਜਿਹੜੇ ਸਵਾਸ ਆ ਰਹੇ ਨੇ, ਜਿਹੜਾ ਸਵਾਸ ਆ ਗਿਆ ਇਹੀ ਸਾਡਾ ਹੈ। ਅਗਲੇ ਸਵਾਸ ਦੇ ਉੱਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। ਪਰ ਮਾਲਕ ਜੀ ਨੇ ਕਿਹਾ ਜੇ ਅਸੀਂ ਇਹਦੀਆਂ 3 ਅਵਸਥਾਵਾਂ ਦੀ ਗੱਲ ਜਿਹੜੀ ਬਾਣੀ ਵਿੱਚ ਕੀਤੀ ਹੈ, 3 ਅਵਸਥਾਵਾਂ ਗੁਜ਼ਰ ਜਾਣਗੀਆਂ। ਇੱਕ ਬੱਚੇ ਦੇ ਮਨ ਵਿੱਚ ਹੈ ਕਿ ਮੈਂ ਇੱਕ ਦਿਨ ਜਵਾਨ ਹੋਵਾਂਗਾ, ਇੱਕ ਜਵਾਨ ਦੇ ਮਨ ਵਿੱਚ ਹੈ ਕਿ ਅਜੇ ਬੁਢਾਪਾ ਆਉਣਾ। ਕਈ ਵਾਰ ਬੇਨਤੀ ਕਰੀਏ ਜਾਂ ਗੁਰਬਾਣੀ ਪੜ੍ਹੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਕਰਨਾ ਚਾਹੀਦਾ ਹੈ, ਸੇਵਾ ਕਰਨੀ ਚਾਹੀਦੀ ਹੈ, ਤੇ ਭਾਗਾਂ ਵਾਲਿਓ ਮਨ ਵਿੱਚ ਖਿਆਲ ਆਉਂਦਾ, ਬੰਦਾ ਸੋਚਦਾ ਕੋਈ ਗੱਲ ਨਹੀਂ, ਜਦੋਂ ਬਜ਼ੁਰਗ ਹੋ ਜਾਵਾਂਗੇ ਉਦੋਂ ਸੇਵਾ ਕਰਾਂਗੇ, ਉਦੋਂ ਸਿਮਰਨ ਕਰਾਂਗੇ, ਉਦੋਂ ਬਾਣੀ ਪੜਾਂਗੇ। ਪਰ ਇਹਦਾ ਸਾਡੇ ਕੋਲ ਕੋਈ ਪੁਖਤਾ ਸਬੂਤ, ਕੋਈ ਸਰਟੀਫਿਕੇਟ ਨਹੀਂ ਕਿ ਅਸੀਂ ਬਜ਼ੁਰਗ ਹੋ ਕੇ ਹੀ ਦੁਨੀਆ ਤੋਂ ਜਾਵਾਂਗੇ। ਸਾਨੂੰ ਤੇ ਵੇਖੋ ਆਹੀ ਦੇਖਣਾ ਚਾਹੀਦਾ ਕਿ ਜਿਹੜਾ ਸਮਾਂ ਆ ਗਿਆ, ਕਿਸੇ ਫਕੀਰ ਨੂੰ ਪੁੱਛਿਆ ਕਿਸੇ ਨੇ ਕਿ ਦੁਨੀਆ ਦੇ ਵਿੱਚ ਖੁਸ਼ੀ ਮਨਾਉਣ ਦਾ ਸਭ ਤੋਂ ਢੁਕਵਾਂ ਸਮਾਂ ਕਿਹੜਾ, ਤੇ ਉਸ ਫਕੀਰ ਨੇ ਬੜਾ ਸੁੰਦਰ ਜਵਾਬ ਦਿੱਤਾ। ਉਹਨੇ ਕਿਹਾ ਢੁਕਵਾਂ ਸਮਾਂ ਮੌਤ ਤੋਂ ਇੱਕ ਦਿਨ ਪਹਿਲਾਂ ਵਾਲਾ ਦਿਨ ਜਿਹੜਾ ਹੈ। ਉਹ ਜਿਹਨੇ ਸਵਾਲ ਕੀਤਾ ਸੀ ਉਹ ਕਹਿਣ ਲੱਗਾ, ਫਕੀਰ ਜੀ ਮੈਨੂੰ ਸਮਝ ਨਹੀਂ ਆਈ, ਮੌਤ ਦਾ ਤੇ ਕੋਈ ਪਤਾ ਨਹੀਂ, ਹੁਣ ਵੀ ਆ ਸਕਦੀ। ਉਹ ਕਹਿਣ ਲੱਗੇ ਬਸ ਅੱਜ ਦਾ ਦਿਨ ਖੁਸ਼ੀ ਦੇ ਵਿੱਚ ਗੁਜ਼ਾਰੋ, ਹਰ ਪਲ ਸਮਝੋ ਕਿ ਅਗਲਾ ਪਲ ਜਿਹੜਾ ਉਹ ਮੇਰੀ ਜ਼ਿੰਦਗੀ ਵਿੱਚ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਆ ਜਿਹੜਾ ਸਮਾਂ ਮੇਰਾ ਗੁਜ਼ਰ ਰਿਹਾ, ਲੰਘ ਰਿਹਾ, ਇਹ ਉਸ ਮਾਲਕ ਦੀ ਖੁਸ਼ੀ ਵਿੱਚ ਉਹਦੀ ਖੁਸ਼ੀ ਦੇ ਪਾਤਰ ਬਣ ਕੇ ਗੁਜ਼ਾਰਨਾ ਚਾਹੀਦਾ। ਵੇਖੋ ਮਾਲਕ ਦੇ ਨਾਲ ਜਦੋਂ ਸਾਡਾ ਸੰਬੰਧ ਜੁੜ ਜਾਵੇਗਾ ਨਾ, ਅੱਜ ਦੁਨੀਆ ਵਿੱਚ ਡਿਪਰੈਸ਼ਨ, ਸਟ੍ਰੈਸ, ਚਿੰਤਾ ਦੀ ਗੱਲ ਹੈ,
ਪੜ੍ਹੇ ਲਿਖੇ ਮੁਲਕਾਂ ਦੇ ਵਿੱਚ, ਐਡਵਾਂਸ ਮੁਲਕਾਂ ਦੇ ਵਿੱਚ ਸਾਡੇ ਨਾਲੋਂ ਕਈ ਗੁਣਾ ਵੱਧ ਲੋਕ ਜਿਹੜੇ ਨੇ ਉਹ ਡਿਪਰੈਸ਼ਨ ਦਾ ਸ਼ਿਕਾਰ ਨੇ। ਬਹੁਤ ਲੋਕ ਦਵਾਈਆਂ ਖਾ ਖਾ ਕੇ ਡਿਪਰੈਸ਼ਨ ਨੂੰ ਦੂਰ ਕਰਨ ਦਾ ਯਤਨ ਕਰਦੇ ਨੇ, ਪਰ ਭਾਗਾਂ ਵਾਲਿਓ, ਜੇ ਅਸੀਂ ਇੱਕ ਦਵਾਈ ਖਾਣੇ ਉਹਦੇ ਕਈ ਸਾਈਡ ਇਫੈਕਟ ਸਾਡੀ ਬਾਡੀ ਤੇ ਪੈਂਦੇ ਨੇ ਔਰ ਸਾਡਾ ਸਰੀਰ ਜਿਹੜਾ ਉਹ ਕਈ ਰੋਗਾਂ ਦੇ ਨਾਲ ਜਿਹੜਾ ਹੈ ਗ੍ਰਸਤ ਹੋ ਜਾਂਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ, ਤੁਰ ਕੀ ਬਾਣੀ ਆਏ ਤਿਨ ਸਗਲੀ ਚਿੰਤ ਮਿਟਾਈ। ਮਹਾਰਾਜ ਸਾਹਿਬ ਜੀ ਕਹਿੰਦੇ ਪ੍ਰਮਾਤਮਾ ਦੀ ਬਾਣੀ ਦੇ ਨਾਲ ਜੁੜ ਜਾ, ਵਾਹਿਗੁਰੂ ਜੀ ਦੀ ਬਾਣੀ ਤੇਰੇ ਅੰਦਰ ਦੀਆਂ ਚਿੰਤਾਵਾਂ ਨੂੰ ਸਮਾਪਤ ਕਰ ਦੇਵੇਗੀ, ਕਿਉਂਕਿ ਬਾਣੀ ਤੈਨੂੰ ਚਿੰਤਾ ਵਿੱਚ ਨਹੀਂ ਚਿੰਤਨ ਵਿੱਚ ਜੋੜੇਗੀ, ਮਾਲਕ ਦਾ ਚਿੰਤਨ ਕਰਨ ਵੱਲ ਪ੍ਰੇਰਿਤ ਕਰੇਗੀ। ਜਿੱਥੇ ਅਸੀਂ ਬਾਣੀ ਪੜ੍ਹਦੇ ਹਾਂ ਉੱਥੇ ਅਸੀਂ ਬਾਣੀ ਦੀ ਵਿਚਾਰ ਕਰਦੇ ਹਾਂ ਔਰ ਬਾਣੀ ਦੀ ਵਿਚਾਰ ਕਰਕੇ ਉਸ ਨੂੰ ਸਮਝਣ ਦਾ ਯਤਨ ਕਰਦੇ ਹਾਂ, ਤੇ ਗੁਰੂ ਕੀ ਬਾਣੀ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਨਾ ਉਹ ਸਾਡੇ ਸਮਝਣ ਵਾਸਤੇ ਹੈ, ਜੀਵਨ ਵਿੱਚ ਕਮਾਉਣ ਵਾਸਤੇ ਹੈ, ਲਾਗੂ ਕਰਨ ਵਾਸਤੇ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਇਆ ਹੋਇਆ ਹੁਕਮਨਾਮਾ ਅਸੀਂ ਕਿਉਂ ਸੁਣਦੇ? ਕਿਉਂਕਿ ਸਾਡੇ ਜੀਵਨ ਦੇ ਵਿੱਚ ਕਮਾਉਣ ਵਾਸਤੇ ਗੁਰੂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। ਮੰਨ ਲਓ ਜਿਵੇਂ ਬੱਚਾ ਸਕੂਲ ਵਿੱਚ ਜਾਂਦਾ ਤੇ ਉਹਨੂੰ ਲੈਸਨ ਮਿਲਦਾ ਤੇ ਉਹ ਸਾਰੇ ਦਿਨ ਦੇ ਵਿੱਚ ਉਹ ਲੈਸਨ ਪੜ੍ਹਦਾ, ਉਸ ਨੂੰ ਸਮਝਦਾ ਹੈ ਔਰ ਅਗਲੇ ਦਿਨ ਉਹਦੇ ਮਨ ਵਿੱਚ ਹੁੰਦਾ ਕਿ ਨਵਾਂ ਲੈਸਨ ਮਿਲੇਗਾ। ਸਾਡੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਨਵਾਂ ਲੈਸਨ ਹਰ ਰੋਜ਼ ਬਖਸ਼ਿਸ਼ ਕੀਤਾ ਹੈ। ਅਸੀਂ ਮਾਲਕ ਦੇ ਅੱਗੇ ਬੇਨਤੀ ਕਰਨੀ ਕਿ ਇਹ ਸੱਚੇ ਪਾਤਸ਼ਾਹ, ਜੋ ਸਬਕ ਤੁਸੀਂ ਸਾਨੂੰ ਸਾਡੇ ਜੀਵਨ ਵਿੱਚ ਕਮਾਉਣ ਵਾਸਤੇ ਦਿੱਤਾ ਹੈ ਉਸ ਨੂੰ ਸਮਝਣ ਦੀ, ਉਸ ਦੇ ਅਨੁਸਾਰ ਚੱਲਣ ਦੀ ਸਮਰੱਥਾ ਤੇ ਸੋਝੀ ਪ੍ਰਦਾਨ ਕਰੋ। ਕਿਉਂਕਿ ਇੱਥੇ ਕਹਿਣ ਤੇ ਸੁਣਾਉਣ ਦੀ ਗੱਲ ਨਹੀਂ, ਇੱਥੇ ਆਪਾਂ ਗੁਰੂ ਦੇ ਅੱਗੇ ਬੱਚੇ ਬਣ ਕੇ ਆਏ ਆ। ਆਪਾਂ ਬੋਲ ਰਹੇ ਹਾਂ, ਗੁਰੂ ਸਾਹਿਬ ਜੀ ਬੁਲਾ ਰਹੇ ਨੇ, ਆਪਾਂ ਸੁਣ ਰਹੇ, ਗੁਰੂ ਸਾਹਿਬ ਜੀ ਸੁਣਾ ਰਹੇ ਨੇ। ਔਰ ਇਹ ਪਾਵਨ ਉਪਦੇਸ਼ ਕਹਿਣ ਵਾਲੇ ਵਾਸਤੇ ਵੀ ਸਾਧ ਸੰਗਤ ਜੀ ਓਨਾ ਹੀ ਜ਼ਰੂਰੀ ਮੰਨਣਾ ਜਿੰਨਾ ਸੁਣਨ ਵਾਲੇ ਵਾਸਤੇ ਹੈ। ਕਿਉਂਕਿ ਪ੍ਰਮਾਤਮਾ ਦੇ ਨਾਮ ਨੂੰ ਜਿਹੜਾ ਵੀ ਮੰਨੇਗਾ ਉਹਦੇ ਜੀਵਨ ਦੇ ਅੰਦਰ ਤਬਦੀਲੀ ਆ ਜਾਏਗੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ, ਵਾਹਿਗੁਰੂ ਅਸੀਂ ਸਮਝ ਲਿਆ ਕਿ ਤੂੰ ਸੱਚਾ ਦੁਨੀਆ 'ਚ ਸਦੀਵੀ ਰਹਿਣ ਵਾਲਾ ਹੈ, ਇਸ ਕਰਕੇ ਤੇਰੀ ਸ਼ਰਨ ਅਖਤਿਆਰ ਕੀਤੀ ਹੈ। ਸਾਨੂੰ ਪਤਾ ਕਿ ਬਾਕੀ ਇੱਥੇ ਕੋਈ ਨਹੀਂ ਰਹੇਗਾ। ਵੇਖੋ, ਤਿੰਨ ਦੇਵਤਿਆਂ ਦੀ ਗੱਲ ਹੈ, ਮਹਾਰਾਜ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਕਿਸੇ ਦੇ ਧਰਮ ਉੱਤੇ ਕੋਈ ਕਟਾਕਸ਼ ਨਹੀਂ। ਮੁਬਾਰਕ ਹੈ ਹਰ ਬੰਦੇ ਨੂੰ ਆਪਣੇ ਧਰਮ ਵਿੱਚ ਪਰਪੱਕ ਰਹਿ ਕੇ ਅਸੂਲਾਂ ਦੇ ਮੁਤਾਬਕ, ਮਰਿਆਦਾ ਦੇ ਮੁਤਾਬਕ, ਉਸ ਧਰਮ ਦੀ ਮਰਿਆਦਾ ਵਿੱਚ ਪਰਪੱਕ ਰਹਿ ਕੇ ਉਸ ਪ੍ਰਮਾਤਮਾ ਨਾਲ ਜੁੜਨਾ ਚਾਹੀਦਾ ਹੈ। ਪਰ ਮਹਾਰਾਜ ਨੇ ਸਿੱਖ ਨੂੰ ਸਮਝਾ ਦਿੱਤਾ, ਉਪਦੇਸ਼ ਦਿੱਤਾ। ਵੈਸੇ ਬਾਣੀ ਦਾ ਉਪਦੇਸ਼ 4 ਵਰਨਾਂ ਲਈ ਸਾਂਝਾ ਹੈ, ਕੋਈ ਵੀ ਸੁਣ ਸਕਦਾ, ਕੋਈ ਵੀ ਮੰਨ ਸਕਦਾ ਹੈ, ਕੋਈ ਵੀ ਮਨੁੱਖ ਕਮਾਈ ਕਰ ਸਕਦਾ। ਪਰ ਮਹਾਰਾਜ ਨੇ ਕਿਹਾ, ਸਮਝ ਲੈ ਸਿੱਖਾ, ਤੂੰ ਤੇ ਧਿਆਨ ਨਾਲ ਸੁਣ ਲੈ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਹ ਤਿੰਨ ਦੇਵਤਿਆਂ ਦੀ ਗੱਲ ਦੁਨੀਆ ਵਿੱਚ ਚੱਲਦੀ ਹੈ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ, ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੇ ਫਰਮਾਨ। ਇਹਨਾਂ ਤਿੰਨਾਂ ਦੇ ਸਿਰ ਉੱਤੇ ਵੀ ਕੋਈ ਬੈਠਾ ਹੈ ਜਿਹੜਾ ਇਹਨਾਂ ਨੂੰ ਫਰਮਾਨ, ਹੁਕਮ ਦੇ ਕੇ ਚਲਾਉਂਦਾ। ਇਸ ਕਰਕੇ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਉਹ ਮਾਲਕ ਵੇਖਦਾ ਹੈ ਪਰ ਉਹਨਾਂ ਨੂੰ ਵੀ ਨਜ਼ਰ ਨਹੀਂ ਆਇਆ, ਸਮਝ ਨਹੀਂ ਆਇਆ। ਇਸ ਕਰਕੇ ਭਾਗਾਂ ਵਾਲਿਆ, ਤੂੰ ਉਸ ਸੱਚੇ ਪ੍ਰਮਾਤਮਾ ਦੇ ਨਾਲ ਜੁੜ ਜਿਹੜਾ ਸਾਰਿਆਂ ਦੇ ਉੱਤੇ ਬੈਠਾ ਹੁਕਮ ਚਲਾ ਰਿਹਾ ਹੈ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਮੈਂ ਉਸ ਸੱਚੇ ਪ੍ਰਮਾਤਮਾ ਦੀ ਸ਼ਰਨ ਵਿੱਚ ਆਇਆ, ਉਸ ਮਾਲਕ ਦੀ ਸ਼ਰਨ ਵਿੱਚ ਆ ਕੇ ਆਪਣੇ ਜੀਵਨ ਨੂੰ ਉਸ ਮਾਲਕ ਦੀ ਬਾਣੀ ਸੇਵਾ ਸਿਮਰਨ ਦੇ ਲੇਖੇ ਲਾਉਣਾ ਕੀਤਾ ਹੈ। ਸੋ ਸ਼ਬਦ ਦੀ ਆਰੰਭਤਾ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਸਾਡੇ ਉੱਤੇ ਕੀ ਬਖਸ਼ਿਸ਼ ਕਰ ਰਹੇ ਨੇ, ਸਾਨੂੰ ਕੀ ਉਪਦੇਸ਼ ਦੇ ਰਹੇ ਨੇ। ਆਓ ਆਪਾਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਇਸ ਪਾਵਨ ਉਪਦੇਸ਼ ਨੂੰ ਵਿਚਾਰ ਕੇ ਸਮਝਣ ਦਾ ਯਤਨ ਕਰੀਏ। ਪਿਆਰ ਵਿੱਚ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਹੈ। ਇਸ ਰਾਗ ਦਾ ਤਰਤੀਬ ਦੇ ਵਿੱਚ 9ਵਾਂ ਅਸਥਾਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਤੀਸਰੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ। ਸੁਰ ਤੇ ਤਾਲ ਦੇ ਪਹਿਲੇ ਘਰ ਵਿੱਚ ਰਾਗੀ ਸਿੰਘਾਂ ਨੂੰ ਗਾਇਨ ਕਰਨ ਦੀ ਹਦਾਇਤ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਔਰ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਦਰਜ ਕੀਤਾ, ਜਿਹੜਾ ਮੰਗਲ ਵਿਦਵਾਨਾਂ ਮੁਤਾਬਕ 525 ਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਮਹਾਰਾਜ ਕਹਿੰਦੇ ਪਰਮਾਤਮਾ ਇੱਕ ਹੈ, ਅਦੁੱਤੀ ਹੈ, ਸਦਾ ਰਹਿਣ ਵਾਲਾ, ਕਦੇ ਨਾਸ਼ ਨਹੀਂ ਹੁੰਦਾ।
ਤੇ ਸਾਰੇ ਸੰਸਾਰ ਦੇ ਉੱਤੇ, ਖੰਡਾਂ ਬ੍ਰਹਿਮੰਡਾਂ ਦੇ ਉੱਤੇ ਉਹਦੀ ਹੁਕਮ ਰੂਪੀ ਕਾਰ ਚੱਲ ਰਹੀ ਉਸ ਮਾਲਕ ਦੀ। ਇਹ ਗੱਲ ਸਾਨੂੰ ਸਮਝਣੀ ਪੈਗੀ। ਵੇਖੋ ਅੱਜ ਦੁਨੀਆ ਵਿੱਚ ਧਰਮਾਂ ਦੇ ਨਾਂ ਤੇ ਝਗੜੇ ਨੇ। ਮਨੁੱਖ ਆਪਣੀ ਹਉਮੈ ਨੂੰ ਪੱਠੇ ਪਾਉਣ ਵਾਸਤੇ ਕਈ ਤਰ੍ਹਾਂ ਦੇ ਝਗੜੇ ਪੈਦਾ ਕਰ ਦਿੰਦਾ ਹੈ, ਪਰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਓੰਕਾਰ ਸ਼ਬਦ ਸਾਡੀ ਝੋਲੀ ਵਿੱਚ ਪਾ ਕੇ ਸਾਰੇ ਹੀ ਝਗੜੇ ਨਿਬੇੜ ਦਿੱਤੇ ਕਿ ਪ੍ਰਮਾਤਮਾ ਇੱਕ ਹੈ। ਉਸੇ ਪ੍ਰਮਾਤਮਾ ਦੇ ਕੋਲੋਂ ਹਿੰਦੂ ਨੂੰ ਪ੍ਰਕਾਸ਼ ਮਿਲ ਰਿਹਾ, ਉਸੇ ਕੋਲੋਂ ਸਿੱਖ ਨੂੰ, ਈਸਾਈ, ਜੈਨੀ, ਬੋਧੀ, ਸਾਰੇ ਉਹਦੇ ਤੋਂ ਹੀ ਪ੍ਰਕਾਸ਼ਮਾਨ ਹੋ ਰਹੇ ਨੇ। ਸਾਰਿਆਂ ਨੂੰ ਉਸੇ ਨੇ ਜੀਵਨ ਬਖਸ਼ਿਸ਼ ਕੀਤਾ ਹੈ ਔਰ ਉਹ ਪ੍ਰਮਾਤਮਾ ਸਤ ਸਦੀਵੀ ਰਹਿਣ ਵਾਲਾ ਹੈ। ਉਸ ਮਾਲਕ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰ ਪ੍ਰਸਾਦ। ਕੋਈ ਸਿਆਣਪਾਂ ਦੇ ਨਾਲ ਨਹੀਂ, ਦੁਨਿਆਵੀ ਵਿਦਿਆ ਦੇ ਨਾਲ ਨਹੀਂ, ਆਪਣੇ ਅੰਦਰ ਦੀਆਂ ਚਲਾਕੀਆਂ ਦੇ ਨਾਲ ਨਹੀਂ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਪਰ ਗੁਰੂ ਦੀ ਪ੍ਰਸਾਦ ਕਿਰਪਾ ਦੇ ਰਾਹੀਂ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ। ਸੇਵਕ ਸੇਵ ਕਰਹਿ ਸਭ ਤੇਰੀ, ਜਿਨ ਸਬਦੈ ਸਾਧ ਆਇਆ। ਹੁਣ ਸੇਵਾ ਦੀ ਗੱਲ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ ਹੈ। ਹੈਰਾਨ ਹੋ ਜਾਈਦਾ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਪਹਿਲਾਂ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਕੋਲ ਆ ਕੇ 12 ਸਾਲ ਸੇਵਾ ਕੀਤੀ ਹੈ। ਐਵੇਂ ਉਪਦੇਸ਼ ਨਹੀਂ ਦਿੱਤਾ। ਕਮਾਈ ਕਿੰਨੀ ਵੱਡੀ ਕੀਤੀ ਹੈ। 60 ਸਾਲਾਂ ਦੀ ਉਮਰ ਵਿੱਚ ਦੁਨੀਆ ਦੀਆਂ ਸਰਕਾਰਾਂ ਬੰਦੇ ਨੂੰ ਰਿਟਾਇਰ ਕਰ ਦਿੰਦੀਆਂ, ਕਹਿੰਦੀਆਂ ਹੁਣੇ ਨੌਕਰੀ ਨਹੀਂ ਕਰ ਸਕਦਾ। ਜਿਹੜਾ ਇੱਕ ਦਿਨ ਡੀਸੀ ਬਣ ਕੇ ਕੁਰਸੀ ਤੇ ਬੈਠਾ ਸੀ, ਤਹਿਸੀਲਦਾਰ ਬਣ ਕੇ ਬੈਠਾ ਸੀ, 58 ਸਾਲ ਵਿੱਚ ਸਰਕਾਰ ਕਹਿੰਦੀ ਤੈਨੂੰ ਪੈਨਸ਼ਨ ਦੇ ਦਿੱਤੀ ਜਾਏਗੀ, ਤੂੰ ਬਜ਼ੁਰਗ ਹੋ ਗਿਆ। ਪਰ ਮੇਰੇ ਮਾਲਕ ਦੇ ਘਰ ਵਿੱਚ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਘਰ ਵਿੱਚ 60 ਸਾਲਾਂ ਤੋਂ ਵਡੇਰੀ ਉਮਰ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਾਬਾ ਅਮਰਦਾਸ ਜੀ ਦੇ ਰੂਪ ਵਿੱਚ ਚਾਕਰੀ ਸੇਵਾ ਸ਼ੁਰੂ ਕੀਤੀ ਹੈ। ਕਿੰਨੀ ਕਠਿਨ ਸੇਵਾ ਕੀਤੀ ਸਾਧ ਸੰਗਤ। ਉਹਨਾਂ ਨੇ ਪਾਣੀ ਢੋਣ ਦੀ ਸੇਵਾ ਕੀਤੀ ਔਰ ਜਿਹੜਾ ਸਮਾਂ ਬਚਦਾ ਉਹਦੇ ਵਿੱਚ ਲੰਗਰ ਵਿੱਚ ਬਾਲਣ ਲਿਆ ਕੇ ਦਿੰਦੇ, ਲੰਗਰ ਵਿੱਚ ਬਰਤਨ ਸਾਫ਼ ਕਰਨ ਵਾਸਤੇ ਜਲ ਲਿਆ ਕੇ ਦਿੰਦੇ, ਤੇ ਜਿਹੜਾ ਸਮਾਂ ਬਚਦਾ ਨਾ ਉਹ ਅੱਜ ਗੁਰਦੁਆਰਾ ਥੜਾ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ ਇਸ ਗੱਲ ਦੀ ਗਵਾਹੀ ਭਰਦਾ। ਉੱਥੇ ਬੈਠ ਕੇ ਮਾਲਕ ਦੇ ਸਿਮਰਨ ਵਿੱਚ ਜੁੜ ਜਾਂਦੇ। ਰਿਸ਼ਤੇਦਾਰੀ ਭਾਵੇਂ ਕੁੜਮ ਵਾਲੀ ਸੀ, ਪਰ ਜਦੋਂ ਗੁਰੂ ਅੰਗਦ ਸਾਹਿਬ ਜੀ ਨੂੰ ਮਿਲਣ ਆਏ ਕਹਿਣ ਲੱਗੇ ਪਾਤਸ਼ਾਹ ਕੁੜਮ ਤਾਂ ਕੁੜਮਾਂ ਦੇ ਘਰ ਆਉਂਦੇ ਨੇ, ਲੋਈਆਂ ਲੈ ਕੇ, ਖੇਸ ਲੈ ਕੇ, ਰੇਜੇ ਲੈ ਕੇ ਮੁੜ ਜਾਂਦੇ ਨੇ, ਇੰਨਾ ਕੁਛ ਪ੍ਰਾਪਤੀ ਹੁੰਦੀ, ਪਰ ਮੈਂ ਤੇਰੇ ਘਰ ਦੇ ਵਿੱਚ ਅੱਜ ਸੇਵਕ ਬਣ ਕੇ ਆਇਆ। ਮੇਰੇ ਸੇਵਕ ਦੀ ਝੋਲੀ ਵਿੱਚ ਨਾਮ ਪਾ ਦਿਓ, ਕਿਉਂਕਿ ਮੈਂ ਗੰਗਾ ਤੇ ਵੀ ਜਾ ਕੇ ਦੇਖ ਲਿਆ ਪਰ ਉੱਥੇ ਕੁਛ ਨਹੀਂ, ਕਿਉਂਕਿ ਗੁਰੂ ਵਾਲੇ ਬਣਨਾ ਜ਼ਰੂਰੀ ਹੈ। ਸਮਝ ਪੈ ਗਈ, ਅੱਜ ਸਮਝ ਆ ਗਈ ਹੈ। ਧੰਨ ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕੀਤੀ, ਪਹਿਲਾਂ ਆਪ ਸੇਵਾ ਕੀਤੀ। ਇਸ ਪਾਵਨ ਪੰਕਤੀ ਵਿੱਚ 2 ਸਿਧਾਂਤ ਨੇ ਸਾਡੇ, ਇੱਕ ਹੈ ਸ਼ਰਧਾ ਤੇ ਇੱਕ ਹੈ ਗਿਆਨ। ਕਈ ਵਾਰ ਅਸੀਂ ਗਿਆਨ ਤੇ ਜ਼ੋਰ ਦਿੰਦੇ ਹਾਂ ਕਿ ਗਿਆਨ ਬੜਾ ਜ਼ਰੂਰੀ ਹੈ, ਗਿਆਨ ਗੁਰੂ ਹੈ, ਗਿਆਨ ਸਾਨੂੰ ਲੈਣਾ ਚਾਹੀਦਾ, ਪਰ ਭਾਗਾਂ ਵਾਲਿਓ ਵੇਖੋ ਜਿਹੜੀ ਸੇਵਾ ਦੀ ਗੱਲ ਆਈ ਹੈ ਨਾ, ਉਹ ਸ਼ਰਧਾ ਦੇ ਨਾਲ ਸੰਬੰਧਿਤ ਹੈ। ਜਿੰਨਾ ਚਿਰ ਮਨ ਵਿੱਚ ਭਾਵਨਾ ਤੇ ਸ਼ਰਧਾ ਨਹੀਂ ਹੋਵੇਗੀ ਉਹਨਾਂ ਚਿਰ ਬੰਦਾ ਸੇਵਾ ਨਹੀਂ ਜੇ ਕਰ ਸਕਦਾ। ਤੇ ਜਿੰਨਾ ਚਿਰ ਅਸੀਂ ਸੇਵਾ ਨਹੀਂ ਕਰਾਂਗੇ ਸਾਡਾ ਆ ਸਰੀਰ, ਆ ਹੱਥ ਪੈਰ ਜਿਹੜੇ ਸਫਲ ਨਹੀਂ ਹੋਣਗੇ। ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਸੇਵਾ ਨੂੰ ਬੜੀ ਵੱਡੀ ਮਹਾਨਤਾ ਮੇਰੇ ਗੁਰੂ ਸਾਹਿਬ ਜੀ ਨੇ ਪਾਵਨ ਗੁਰਬਾਣੀ ਵਿੱਚ ਦਿੱਤੀ ਹੈ। ਸੇਵਾ ਕਰਨੀ ਬੜੀ ਜ਼ਰੂਰੀ ਹੈ ਔਰ ਸੇਵਾ ਦਾ ਸੰਬੰਧ ਜਿਹੜਾ ਸ਼ਰਧਾ ਦੇ ਨਾਲ ਹੈ। ਪਰ ਉੱਥੇ ਗੱਲ ਕੀਤੀ ਮਹਾਰਾਜ ਨੇ ਸ਼ਬਦੈ ਸਾਧ ਆਇਆ। ਸ਼ਬਦ ਰਾਹੀਂ ਜਿਨ੍ਹਾਂ ਨੂੰ ਸਵਾਦ ਆ ਗਿਆ, ਜਿਨ੍ਹਾਂ ਨੂੰ ਸਮਝ ਪੈ ਗਈ। ਹੁਣ ਜਿਹੜਾ ਸ਼ਬਦ ਦਾ ਸਵਾਦ ਹੈ ਨਾ, ਉਹ ਕੀ ਹੈ? ਗਿਆਨ। ਅਸੀਂ ਕਥਾ ਕਿਉਂ ਸੁਣਦੇ ਹਾਂ? ਕਿਉਂਕਿ ਸਾਨੂੰ ਕਥਾ ਰਾਹੀਂ ਗੁਰੂ ਦੇ ਗਿਆਨ ਦਾ ਪਤਾ ਲੱਗਦਾ ਹੈ। ਇਸ ਕਰਕੇ ਅਸੀਂ ਕਥਾ ਸੁਣਦੇ, ਇਸ ਕਰਕੇ ਗੁਰਬਾਣੀ ਦੇ ਸਟੀਕ ਅਸੀਂ ਪੜ੍ਹਦੇ ਹਾਂ, ਇਸ ਕਰਕੇ ਗੁਰਬਾਣੀ ਦਾ ਗਿਆਨ ਅਸੀਂ ਹਾਸਲ ਕਰਦੇ ਹਾਂ। ਹੁਣ ਗਿਆਨ ਤੇ ਸ਼ਰਧਾ ਦੋਨੋਂ ਚੀਜ਼ਾਂ ਨੇ। ਜੇ ਤਾਂ ਕੱਲੀ ਸ਼ਰਧਾ ਹੋਏਗੀ, ਗਿਆਨ ਨਹੀਂ, ਤੇ ਸ਼ਰਧਾ ਅੰਨੀ ਹੋ ਜਾਏਗੀ। ਤੇ ਜੇ ਬੰਦੇ ਦੇ ਪੱਲੇ ਕੱਲਾ ਗਿਆਨ ਹੋਵੇਗਾ ਤੇ ਉਹ ਖੁਸ਼ਕ ਦਿਮਾਗ ਬਣ ਜਾਵੇਗਾ, ਜਣੇ ਖਣੇ ਦੇ ਉੱਤੇ ਤਰਕ ਕਰੀ ਜਾਏਗਾ, ਸੰਧਾਤਾਂ ਦੇ ਉੱਤੇ ਤਰਕ ਕਰੇਗਾ। ਗੁਰਬਾਣੀ ਦੇ ਉੱਤੇ ਵੀ ਕਈ ਵਾਰ ਹੋ ਸਕਦਾ ਮਨੁੱਖ ਤਰਕ ਕਰਦੇ, ਕਿਉਂਕਿ ਉਹ ਕੱਲੇ ਗਿਆਨ ਦੀ ਗੱਲ ਕਰੇਗਾ। ਮਹਾਰਾਜ ਸਾਹਿਬ ਜੀ ਨੇ ਕਿਹਾ ਗਿਆਨ ਗੁਰੂ ਆਤਮ ਉਪਦੇਸ਼ੋ ਧਿਆਨ ਵਿਭੂਤ ਲਗਾਓ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਗੁਰੂ ਦੇ ਗਿਆਨ ਰਾਹੀਂ ਆਪਣੇ ਮਨ ਨੂੰ ਉਪਦੇਸ਼ ਦਿਓ। ਧਿਆਨ ਦੀ ਵਿਭੂਤੀ, ਧਿਆਨ ਪ੍ਰਮਾਤਮਾ ਵਿੱਚ ਜੋੜੋ। ਸਾਡੇ ਵਾਸਤੇ ਅਸੀਂ ਕੋਈ ਸਵਾਹ ਨਹੀਂ ਮਲਣੀ, ਉਹ ਕਰਮਕਾਂਡ ਨਹੀਂ ਕਰਨੇ, ਅਸੀਂ ਮਾਲਕ ਦੇ ਵਿੱਚ ਧਿਆਨ ਜੋੜਨਾ। ਕਿਉਂਕਿ ਜਿਹੜੇ ਸਰੇਵੜੇ ਸਵਾਹ ਮਲਦੇ ਨੇ ਤਨ ਉੱਤੇ ਕਿਉਂ ਮਲਦੇ ਨੇ? ਕਿ ਸਾਨੂੰ ਪਤਾ ਰਹੇ ਆ ਜਿਹੜਾ ਤਾਨਿਆਂ ਨੇ ਇੱਕ ਦਿਨ ਸਵਾਹ ਹੋ ਜਾਣਾ। ਪਰ ਮਾਲਕ ਜੀ ਕਹਿੰਦੇ ਧਿਆਨ ਉਸ ਪ੍ਰਮਾਤਮਾ ਵਿੱਚ ਲਾ ਕੇ ਰੱਖੋ। ਜਦੋਂ ਧਿਆਨ ਉਸ ਮਾਲਕ ਵਿੱਚ ਤੁਹਾਡਾ ਜੁੜਿਆ ਰਹੇਗਾ, ਤੁਹਾਨੂੰ ਸਦਾ ਮੌਤ ਯਾਦ ਰਹੇਗੀ ਕਿ ਇੱਕ ਦਿਨ ਮੌਤ ਆ ਜਾਣੀ ਆ, ਸਰੀਰ ਮੇਰੇ ਕੋਲ ਨਹੀਂ ਰਹਿਣਾ। ਵੇਖੋ ਆਪਾਂ ਕਈ ਵਾਰ ਗੱਲ ਕਰਦੇ ਕਹਿੰਦੇ ਮੇਰਾ ਸਰੀਰ, ਕਈ ਵਾਰ ਬੰਦਾ ਠੀਕ ਤੰਦਰੁਸਤ ਨਾ ਹੋਵੇ, ਕਹਿੰਦਾ ਜੇ ਮੇਰਾ ਸਰੀਰ ਕੁਝ ਢਿੱਲਾ ਹੈ।
ਇਹਦਾ ਮਤਲਬ ਮੈਂ ਕੁਝ ਹੋਰ ਆ, ਸਰੀਰ ਕੁਝ ਹੋਰ ਹੈ। ਤੇ ਗੁਰੂ ਅਮਰਦਾਸ ਮਹਾਰਾਜ ਨੇ ਵੀ ਸਾਨੂੰ ਸਮਝਾਇਆ। ਆਨੰਦ ਸਾਹਿਬ ਸਾਡੇ ਨਿਤਨੇਮ ਦੀ ਬਾਣੀ ਹੈ। ਮਹਾਰਾਜ ਸਾਹਿਬ ਨੇ ਕਿਹਾ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ। ਵੇਖੋ, ਅਸੀਂ ਆਪਣੇ ਆਪ ਨੂੰ ਪੁੱਛਣਾ। ਮਨੁੱਖ ਦੂਜੇ ਨੂੰ ਸਵਾਲ ਪੁੱਛਦਾ, ਤੂੰ ਕਿੰਨੀ ਬਾਣੀ ਪੜ੍ਹਦਾ, ਕਿੰਨਾ ਨਿਤਨੇਮ ਕਰਦਾ, ਕਿੰਨਾ ਸਿਮਰਨ ਕਰਦਾ ਹੈ, ਤੂੰ ਕਿੰਨੇ ਵਜੇ ਉੱਠ ਕੇ ਗੁਰਦੁਆਰੇ ਜਾਣਾ। ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਨਹੀਂ, ਆਪਣੇ ਸਰੀਰ ਨੂੰ ਪੁੱਛ, ਜਿਹਨੂੰ ਦਿਨ ਰਾਤ ਮੇਰਾ ਕਹਿਣਾ, ਇਹ ਤੇਰਾ ਨਹੀਂ। ਇਹ ਬਹੁਤ ਛੋਟਾ 2-2.5 ਕਿਲੋ ਦਾ ਦੁਨੀਆ ਤੇ ਜਦੋਂ ਸਰੀਰ ਆਇਆ ਸੀ ਏਡਾ ਕੁ ਸੀ, ਅੱਜ 80 ਕਿਲੋ ਦਾ ਬਣ ਗਿਆ। ਦੁਨੀਆ ਦੇ ਪਦਾਰਥ ਖਾ ਕੇ ਬਣਿਆ, ਦੁਨੀਆ ਵਿੱਚ ਪਲਿਆ ਹੈ। ਪਰ ਯਾਦ ਰੱਖੀ, ਜਦੋਂ ਜਾਣਾ ਹੈ ਇਹਨੂੰ ਦੁਨੀਆ ਵਿੱਚ ਛੱਡ ਕੇ ਜਾਣਾ। ਇਸ ਕਰਕੇ ਸਰੀਰ ਤੇਰਾ ਨਹੀਂ, ਇਹ ਸਰੀਰਾ ਮੇਰੇ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਅੱਗੇ ਸਮਝਾ ਦਿੱਤਾ, ਨਹੀਂ ਸਮਝ ਪਈ ਪਾਤਸ਼ਾਹ, ਨਹੀਂ ਪਤਾ ਲੱਗਦਾ। ਮਹਾਰਾਜ ਕਹਿੰਦੇ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਸ ਮਾਲਕ ਨੇ ਤੇਰਾ ਰਚਨ ਰਚਿਆ, ਤੇਰੀ ਆ ਕਾਇਆ ਬਣਾਈ, ਮਾਤਾ ਦੇ ਗਰਭ ਵਿੱਚ ਇੱਕ ਬਿੰਦ ਸੀ, ਇੱਕ ਬੂੰਦ ਸੀ, ਉਹਦੇ ਤੋਂ ਇੱਕ ਸਰੀਰ ਮਾਲਕ ਨੇ ਬਣਾ ਦਿੱਤਾ। ਡਰ ਰਿਹਾ ਨਾ 9 ਮਹੀਨੇ ਕਿ ਪਤਾ ਨਹੀਂ ਇਹ ਸਰੀਰ ਧਰਤੀ ਤੇ ਆਏਗਾ ਕਿ ਨਹੀਂ ਆਏਗਾ। ਪਰ ਉਸ ਮਾਲਕ ਦੀ ਕਿਰਪਾ ਦੇ ਨਾਲ, ਮਾਤ ਗਰਭ ਮਹਿ ਆਪਨ ਸਿਮਰਨ ਦੇ, ਤੈਂ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ, ਤਾਰੋ ਤਾਰਨ ਹਾਰੇ। ਵਾਹਿਗੁਰੂ ਜੀ ਨੇ ਉੱਥੇ ਸਿਮਰਨ ਦੀ ਦਾਤ ਦੇ ਕਰਕੇ ਬਚਾਇਆ। ਮਹਾਰਾਜ ਕਹਿੰਦੇ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਸਰੀਰ ਮਾੜਾ ਕਹਿੰਦੇ ਨੇ, ਸਰੀਰ ਦੀ ਨਿੰਦਿਆ ਕਰਦੇ। ਮਹਾਰਾਜ ਕਹਿੰਦੇ, ਜਿਹਨੇ ਚਿੱਤ ਸਤਿਗੁਰ ਦੇ ਨਾਲ ਜੋੜ ਲਿਆ, ਉਹ ਸਰੀਰ ਵੀ ਗੁਰੂ ਦੇ ਦਰ ਤੇ ਪ੍ਰਵਾਨ ਪੈ ਗਿਆ, ਉਹ ਸਰੀਰ ਵੀ ਭਾਗਾਂ ਵਾਲਾ ਬਣ ਗਿਆ। ਗੁਰੂ ਸਾਹਿਬਾਨਾਂ ਦੇ ਸਰੀਰ, ਜੇ ਅਸੀਂ ਕਹੀਏ ਵੀ ਗੁਰੂ ਸਾਹਿਬਾਨਾਂ ਦੇ ਸਰੀਰ ਵੀ ਸਾਡੇ ਵਰਗੇ ਸੀ, ਨਹੀਂ, ਭਾਗਾਂ ਵਾਲਿਓ ਸਾਡੇ ਵਰਗੇ ਨਹੀਂ ਸੀ। ਜੇ ਸਾਡੇ ਵਰਗੇ ਹੁੰਦੇ ਤੇ ਕਦੇ ਤੱਤੀ ਤਵੀ ਤੇ ਨਹੀਂ ਸੀ ਬੈਠਿਆ ਜਾਣਾ, ਕਦੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸੀਸ ਨਹੀਂ ਸੀ ਕਟਵਾਇਆ ਜਾਣਾ, ਕਦੇ ਸਰਹੰਦ ਦੀਆਂ ਦੀਵਾਰਾਂ ਵਿੱਚ ਆਪਣੇ ਸਾਹਿਬਜ਼ਾਦਿਆਂ ਨੂੰ ਨਹੀਂ ਸੀ ਚਿਣਵਾਇਆ ਜਾਣਾ, ਉਸ ਮਾਲਕ ਦਾ ਸ਼ੁਕਰਾਨਾ ਨਹੀਂ ਸੀ ਕੀਤਾ ਜਾਣਾ। ਗੁਰੂ ਦੇ ਵਿੱਚ ਤੇ ਸਾਡੇ ਵਿੱਚ ਬਹੁਤ ਵੱਡਾ ਫਰਕ। ਅਸੀਂ ਵਕਤ ਮੁਤਾਬਕ ਚੱਲਦੇ ਹਾਂ। ਵਕਤ ਨੂੰ ਸਾਹਮਣੇ ਰੱਖ ਕੇ, ਜਿਹੋ ਜਿਹਾ ਵਕਤ ਹੋਵੇ, ਕਿਤੇ ਮਿੱਠਾ ਬੋਲਦੇ, ਕਿਤੇ ਕੌੜਾ ਬੋਲਦੇ ਆ, ਕਿਤੇ ਉੱਚਾ ਬੋਲਦੇ, ਕਿਤੇ ਨੀਵਾਂ ਬੋਲਦੇ, ਕਿਤੇ ਨਿਮਰਤਾ ਹੈ, ਕਿਤੇ ਹਉਮੈ ਹੈ। ਪਰ ਗੁਰੂ ਵਕਤ ਦੇ ਬੰਧਨ ਵਿੱਚ ਨਹੀਂ ਬੱਧਾ, ਕਿਉਂਕਿ ਗੁਰੂ ਪਰਮੇਸ਼ਰ ਸਰੂਪ। ਇਸ ਕਰਕੇ ਮਹਾਰਾਜ ਕਹਿੰਦੇ, ਭਾਈ, ਜਿਨ੍ਹਾਂ ਨੂੰ ਸ਼ਬਦ ਰਾਹੀਂ ਤੇਰਾ ਸਵਾਦ ਆ ਗਿਆ, ਤੇਰਾ ਗਿਆਨ ਮਿਲ ਗਿਆ, ਸੋਝੀ ਮਿਲ ਗਈ, ਉਹ ਫਿਰ ਸੇਵਕ ਬਣ ਕੇ ਸੇਵਾ ਕਰਦੇ ਨੇ। ਉਹ ਗੁਰੂ ਘਰ ਦੇ ਵਿੱਚ ਨਿਮਰਤਾ ਦੇ ਨਾਲ ਕੁਝ ਪ੍ਰਾਪਤ ਕਰਦੇ ਨੇ। ਜੋ ਕੁਝ ਮਿਲਦਾ ਉਹ ਸੇਵਕ ਨੂੰ ਮਿਲਦਾ, ਸੇਵਕ ਦੀ ਝੋਲੀ ਵਿੱਚ ਪੈਂਦਾ। ਇਸ ਕਰਕੇ ਅੱਜ ਤੱਕ ਇਤਿਹਾਸ ਪੜ੍ਹ ਕੇ ਦੇਖ ਲਓ, ਜਿੰਨਾ ਵੀ ਮਾਣ ਮਿਲਿਆ, ਜੇ ਸੇਵਾ ਕੀਤੀ 12 ਸਾਲ ਗੁਰੂ ਦੇ ਘਰ ਵਿੱਚ, ਤੇ ਇੱਕ ਦਿਨ ਗੁਰੂ ਅੰਗਦ ਦੇ ਮਹਾਰਾਜ ਨੇ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਕਿਹਾ, ਬਾਬਾ ਅਮਰਦਾਸ ਜੀ, ਅੱਜ ਤੁਸੀਂ ਸਾਡਾ ਇਸ਼ਨਾਨ ਨਹੀਂ ਕਰਵਾਉਣਾ, ਅੱਜ ਅਸੀਂ ਤੁਹਾਡਾ ਇਸ਼ਨਾਨ ਕਰਾਵਾਂਗੇ। ਪਾਤਸ਼ਾਹ, ਮੈਂ ਸੇਵਕ ਹਾਂ, ਮੈਂ ਇਹ ਗਲਤੀ ਗੁਸਤਾਖੀ ਨਹੀਂ ਕਰ ਸਕਦਾ। ਮਹਾਰਾਜ ਕਹਿਣ ਲੱਗੇ, ਨਹੀਂ, ਸੇਵਾ ਕਰਕੇ ਅੱਜ ਤੁਸੀਂ ਸਾਡਾ ਰੂਪ ਬਣ ਗਏ ਜੇ। ਇਸ਼ਨਾਨ ਕਰਵਾ ਕੇ, ਸਾਫ਼ ਵਸਤਰ ਪਹਿਨਾ ਕੇ, ਗੁਰਤਾ ਗੱਦੀ ਸਾਧ ਸੰਗਤ ਬਖਸ਼ਿਸ਼ ਕਰ ਦਿੱਤੀ। ਬਾਬਾ ਅਮਰਦਾਸ ਨੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਨਿਆਸਰਿਆਂ ਦੇ ਆਸਰੇ ਧੰਨ ਗੁਰੂ ਅਮਰਦਾਸ ਮਹਾਰਾਜ ਬਣਾ ਦਿੱਤਾ। ਤੇ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਉਹ ਪਾਵਨ ਧਰਤੀ ਜਿਹਨੂੰ ਗੋਬਿੰਦਪੁਰੀ ਪਰਮਾਤਮਾ ਦੀ ਪੁਰੀ ਦੇ ਬਰਾਬਰ ਦਰਜਾ ਬਾਣੀ ਵਿੱਚ ਭੱਟ ਸਾਹਿਬਾਨਾਂ ਨੇ ਦਿੱਤਾ, ਉਸ ਨਗਰੀ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਰਹਿਮਤਾਂ ਵਰਸਾਉਣ ਲੱਗੇ। ਇਸ ਕਰਕੇ ਜਿਨ੍ਹਾਂ ਨੇ ਸੇਵਾ ਕੀਤੀ, ਸੇਵਕ ਬਣ ਕੇ, ਉਹਨਾਂ ਨੂੰ ਇਹ ਪ੍ਰਾਪਤੀ ਹੋਈ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚ ਹੋ ਆਪ ਗਵਾਇਆ। ਇਹ ਪਾਵਨ ਪੰਕਤੀਆਂ ਵਿੱਚ ਜੋ ਪਿਛਲਾ ਹਿੱਸਾ, ਉਹਦੇ ਅਰਥ ਪਹਿਲਾਂ ਕਰਨੇ ਪੈਂਦੇ। ਜਿਨ੍ਹਾਂ ਨੇ ਵਿੱਚੋਂ, ਵੇਖੋ ਹੁਣ ਸੇਵਾ ਕਰਨੀ ਤੇ ਮਹਾਰਾਜ ਕਹਿੰਦੇ ਵਿੱਚੋਂ ਹਉਮੈ ਕੱਢਣੀ ਪਏਗੀ, ਨਿਮਰਤਾ ਲਿਆਉਣੀ ਪਏਗੀ, ਮੈਂ ਨੂੰ ਪਾਸੇ ਕਰਨਾ ਪਏਗਾ। ਜੇ ਮੈਂ ਵੀ ਰਹੀ ਤੇ ਸੇਵਾ ਵੀ ਚੱਲਦੀ ਰਹੀ, ਫਿਰ ਤਾਂ ਫਾਇਦਾ ਕੋਈ ਨਹੀਂ। ਵੇਖੋ, ਦਵਾਈ ਵੀ ਖਾਈਏ, ਪਰਹੇਜ ਵੀ ਨਾ ਹੋਵੇ, ਤੇ ਫਿਰ ਡਾਕਟਰ ਦਾ ਕਸੂਰ ਕੱਢੀਏ ਕਿ ਸਾਨੂੰ ਆਰਾਮ ਨਹੀਂ ਮਿਲਿਆ, ਸਾਧ ਸੰਗਤ ਤੋਂ ਕਸੂਰ ਸਾਡਾ ਹੈ। ਮਹਾਰਾਜ ਨੇ ਕਿਹਾ ਪਰਹੇਜ ਕਰਨਾ ਪਵੇਗਾ, ਮੈਂ ਤੋਂ, ਹਉਮੈ ਤੋਂ ਬਚਣਾ ਪਵੇਗਾ, ਨਿਮਰਤਾ ਵਿੱਚ ਸੇਵਾ ਕਰਨੀ ਪਵੇਗੀ। ਫਿਰ ਗੁਰੂ ਦੀ ਕਿਰਪਾ ਤੇਰੇ ਉੱਤੇ ਵਰਤੇਗੀ, ਤੇਰਾ ਮਨ ਨਿਰਮਲ ਸ਼ੁੱਧ ਹੋ ਜਾਵੇਗਾ। ਇਹਦੇ ਵਿੱਚੋਂ ਵਿਕਾਰ ਨਿਕਲ ਜਾਣਗੇ, ਇਹਦੇ ਵਿੱਚੋਂ ਕਰਮ ਕਾਂਡ ਨਿਕਲ ਜਾਣਗੇ, ਫੋਕਟ ਵਿਚਾਰਾਂ ਜਿਹੜੀਆਂ ਤੇਰੇ ਅੰਦਰੋਂ ਨਿਕਲ ਜਾਣਗੀਆਂ। ਅਨ ਦਿਨ ਗੁਣ ਗਾਵਹਿ ਨਿਤ ਸਾਚੇ,
ਗੁਰ ਕਾ ਸ਼ਬਦ ਸੁਹਾਇਆ। ਜਿਹੜੇ ਦਿਨ ਰਾਤ ਸੱਚੇ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ, ਵਾਹਿਗੁਰੂ ਜੀ ਦੀ ਸਿਫਤ ਕਰਦੇ ਨੇ, ਸਾਨੂੰ ਸਿਫਤ ਨਾਲ ਜੋੜਿਆ। ਅਸੀਂ ਦੁਨੀਆ ਵਿੱਚ ਵੀ ਬੰਦਿਆਂ ਦੀ ਸਿਫਤ ਕਰਦੇ ਹਾਂ, ਪਰ ਕਈ ਵਾਰ ਜਿਹੜੇ ਬੰਦੇ ਦੀ ਸਿਫਤ ਕਰਾਂਗੇ ਉਹਦੇ ਵਿੱਚ ਔਗਣ ਪ੍ਰਗਟ ਹੋ ਜਾਏਗਾ ਤੇ ਫਿਰ ਸਾਨੂੰ ਮੂੰਹ ਲੁਕਾਉਣਾ ਪਏਗਾ। ਪਰ ਜੇ ਗੁਰੂ ਦੀ ਤੇ ਪ੍ਰਮਾਤਮਾ ਦੀ ਸਿਫਤ ਕਰਾਂਗੇ, ਦੁਨੀਆ 'ਚ ਕੋਈ ਐਸਾ ਦਿਨ ਨਹੀਂ ਆਵੇਗਾ ਜਿਸ ਦਿਨ ਗੁਰੂ ਤੇ ਪ੍ਰਮਾਤਮਾ ਵਿੱਚ ਕੋਈ ਔਗਣ ਪ੍ਰਗਟ ਹੋਵੇ, ਕਿਉਂਕਿ ਉਹ ਗੁਣਾਂ ਦੇ ਖਜ਼ਾਨੇ ਨੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਤੂੰ ਸਭ ਤੋਂ ਉੱਚਾ ਹੈ, ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਪਰ ਜਿਨ੍ਹਾਂ ਨੇ ਦਿਨ ਰਾਤ ਮਾਲਕ ਦੇ ਗੁਣ ਗਾਏ, ਸੱਚੇ ਪ੍ਰਮਾਤਮਾ ਨੂੰ ਜਪਿਆ, ਉਹਦੀ ਸਿਫਤ ਸਲਾਹ ਕੀਤੀ, ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਦਾ ਜੀਵਨ ਗੁਰੂ ਦੇ ਸ਼ਬਦ ਰਾਹੀਂ ਸੁਹਾਵਣਾ ਬਣ ਗਿਆ, ਕਿਉਂਕਿ ਵਿੱਚੋਂ ਔਗਣ ਨਿਕਲ ਗਏ। ਗੁਣੀ ਨਿਧਾਨ ਪ੍ਰਮਾਤਮਾ ਦੇ ਨਾਲ ਸਾਂਝ ਪਾਵਾਂਗੇ ਤੇ ਸਾਡੇ ਅੰਦਰ ਗੁਣ ਆਉਣਗੇ। ਦੁਨੀਆ ਦੇ ਵਿੱਚ ਸਾਡੀ ਸਾਂਝ ਜੇ ਕਿਤੇ ਔਗਣਿਆਰੇ ਬੰਦੇ ਨਾਲ ਬਣ ਜਾਏਗੀ, ਕਿਉਂਕਿ ਮਹਾਰਾਜ ਜੀ ਕਹਿੰਦੇ ਕਬੀਰ ਮਨ ਪੰਖੀ ਭਇਓ, ਉੱਡ ਉੱਡ ਦੈ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਗੁਰੂ ਦੀ ਸੰਗਤ ਕਰਾਂਗੇ, ਅੰਦਰ ਗੁਣ ਆ ਜਾਣਗੇ, ਆ ਜੀਵਨ ਸੁਹਾਵਣਾ ਬਣ ਜਾਵੇਗਾ। ਸੱਜਣ ਦਾ ਬਣ ਗਿਆ, ਠੱਗ ਤੋਂ ਮਹਾਰਾਜ ਨੇ ਗੁਰਮੁਖ ਬਣਾ ਦਿੱਤਾ, ਭੂਮੀਏ ਦਾ ਬਣਾ ਦਿੱਤਾ, ਕੌਡੇ ਦਾ ਬਣਾ ਦਿੱਤਾ, ਵਲੀ ਕੰਧਾਰੀ ਦਾ ਬਣਾ ਦਿੱਤਾ। ਇਤਿਹਾਸ ਭਰਿਆ ਪਿਆ ਮਸਾਲਾਂ ਦੇ ਨਾਲ। ਇਹ ਸਾਨੂੰ ਸੇਧ ਮਿਲਦੀ ਹੈ ਕਿ ਗੁਰੂ ਦੇ ਗੁਣ ਗਾਉਣ ਵਾਲੇ ਜਿਹੜੇ ਨੇ ਉਹ ਸਾਧ ਸੰਗਤ ਜੀ ਆ ਫਰਸ਼ ਤੋਂ ਅਰਸ਼ ਤੱਕ ਪਹੁੰਚ ਗਏ। ਇੰਨੀ ਵੱਡੀ ਵਡਿਆਈ ਮਿਲੀ। ਮੇਰੇ ਠਾਕੁਰ ਹਮ ਬਾਰਿਕ ਸਰਨ ਤੁਮਾਰੀ। ਹੇ ਮੇਰੇ ਮਾਲਕ ਵਾਹਿਗੁਰੂ ਜੀ, ਅਸੀਂ ਤੇਰੇ ਬੱਚੇ ਤੇਰੀ ਸ਼ਰਨ ਵਿੱਚ ਆਏ ਹਾਂ। ਤੇਰੇ ਅੱਗੇ ਆ ਕੇ ਆਪਾ ਜਿਹੜਾ ਸਮਰਪਿਤ ਕੀਤਾ, ਅਸੀਂ ਆਪਣਾ ਸਭ ਕੁਝ ਛੱਡ ਦਿੱਤਾ ਹੈ। ਅਸੀਂ ਤੇਰੇ ਬਣ ਕੇ ਤੇਰੇ ਅੱਗੇ ਆ ਕੇ ਝੁਕਣਾ ਕੀਤਾ, ਕਿਉਂਕਿ ਅਸੀਂ ਬਾਲਕ ਹਾਂ, ਅਸੀਂ ਬੱਚੇ ਹਾਂ। ਜਿੰਨਾ ਚਿਰ ਅਸੀਂ ਬੱਚੇ ਸੀ ਨਾ, ਸਾਨੂੰ ਕੁਝ ਵੀ ਲੈਣ ਦਾ ਫਿਕਰ ਨਹੀਂ ਸੀ, ਮਾਤਾ ਪਿਤਾ ਨੂੰ ਫਿਕਰ ਸੀ। ਬੱਚੇ ਨੂੰ ਕੱਪੜੇ ਲੈ ਕੇ ਦੇਣੇ ਨੇ, ਜੁੱਤੀ ਲੈ ਕੇ ਦੇਣੀ ਹੈ, ਸਕੂਲ ਦੀਆਂ ਕਿਤਾਬਾਂ ਕਾਪੀਆਂ, ਬੱਚੇ ਨੂੰ ਨਹੀਂ ਕੋਈ ਪਤਾ, ਮਾਤਾ ਪਿਤਾ ਨੂੰ ਪਤਾ ਐਡਮਿਸ਼ਨ ਕਰਾਉਣੀ ਹੈ। ਪਰ ਜਦੋਂ ਅਸੀਂ ਸਿਆਣੇ ਹੋ ਗਏ, ਆਪਣਾ ਪਰਸ ਜੇਬ ਵਿੱਚ ਆ ਗਿਆ, ਉਦੋਂ ਸਾਰੇ ਫਿਕਰ ਆਪਣੇ ਉੱਤੇ ਪੈ ਗਏ, ਮਾਤਾ ਪਿਤਾ ਨੇ ਫਿਕਰ ਛੱਡ ਦਿੱਤਾ। ਪਰ ਗੁਰੂ ਦੇ ਅੱਗੇ ਬਾਲਕ ਬੱਚੇ ਬਣ ਕੇ ਰਹੀਏ ਤੇ ਗੁਰੂ ਸਦਾ ਸਾਡਾ ਫਿਕਰ ਕਰਦਾ ਰਹੇਗਾ। ਏਕੋ ਸੱਚਾ ਸੱਚ ਤੂੰ, ਕੇਵਲ ਆਪ ਮੁਰਾਰੀ। ਵਾਹਿਗੁਰੂ ਦੁਨੀਆ ਵਿੱਚ ਸਭ ਕੁਝ ਝੂਠਾ ਹੈ, ਸਦਾ ਰਹਿਣ ਵਾਲਾ ਨਹੀਂ। ਬਾਣੀ ਕਹਿੰਦੀ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਸਾਰਾ ਕੁਝ ਮਿਥਿਆ। ਜੋ ਵੀ ਦੇਖਦੇ ਆ ਨਾ ਉਹ ਸਾਰਾ ਕੁਝ ਮਿਥਿਆ ਹੈ। ਪਰ ਤੂੰ ਦੁਨੀਆ ਵਿੱਚ ਕੇਵਲ ਇੱਕੋ ਇੱਕ ਸੱਚਾ ਹੈ, ਆਪ ਸ਼ੁੱਧ ਸਰੂਪ ਹੈ, ਤੇਰੇ ਉੱਤੇ ਕੋਈ ਵੀ ਦਾਗ ਕਾਲਖ ਨਹੀਂ ਲੱਗਦੀ। ਇਸ ਕਰਕੇ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਰਹਾਉ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਨੇ। ਸ਼ਬਦ ਦਾ ਕੇਂਦਰੀ ਭਾਵ ਮਹਾਰਾਜ ਕਹਿੰਦੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਵੋ। ਜਾਗਤ ਰਹੇ ਤਿਨੀ ਪ੍ਰਭ ਪਾਇਆ, ਸਬਦੇ ਹਉ ਮੈਂ ਮਾਰੀ। ਜਿਨ੍ਹਾਂ ਨੇ ਸ਼ਬਦ ਵਿੱਚ ਜੁੜ ਕੇ ਸ਼ਬਦ ਦਾ ਗਿਆਨ ਲੈ ਕਰਕੇ ਆਪਣੇ ਅੰਦਰ ਦੀ ਹਉਮੈ ਨੂੰ ਮਾਰ ਲਿਆ, ਉਹ ਸਦਾ ਜਾਗਰਤ ਅਵਸਥਾ ਵਿੱਚ ਰਹਿ, ਕਦੇ ਵੀ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਨਹੀਂ। ਤੇ ਜਿਹੜੇ ਜਾਗਰਤ ਅਵਸਥਾ ਵਿੱਚ ਆ ਗਏ, ਗਿਆਨ ਅਵਸਥਾ ਵਿੱਚ ਆ ਗਏ, ਉਹਨਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਗਈ। ਉਹਨਾਂ ਨੇ ਘਟ ਘਟ ਵਿੱਚ ਰੱਬ ਦੇਖਣਾ ਸ਼ੁਰੂ ਕਰ ਦਿੱਤਾ। ਪਹਿਲਾਂ ਸਾਨੂੰ ਸਾਡੇ ਆਪਣੇ ਅੰਦਰ ਰੱਬ ਦੇਖਣਾ ਪਵੇਗਾ। ਗੁਰਦੁਆਰੇ ਸਾਹਿਬ ਵਿੱਚ ਆਏ, ਸੋਝੀ ਮਿਲ ਗਈ ਕਿ ਰੱਬ ਤੇਰੇ ਅੰਦਰ ਹੈ। ਜਦੋਂ ਅੰਦਰ ਬੈਠੇ ਰੱਬ ਨੂੰ ਦੇਖਾਂਗੇ, ਫਿਰ ਚਾਰੇ ਪਾਸੇ ਸਾਨੂੰ ਰੱਬ ਦਿਸੇਗਾ ਤੇ ਸਮਝੋ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ। ਪਰ ਸ਼ਬਦ ਦੇ ਵਿੱਚ ਜੁੜ ਕੇ ਪਹਿਲਾਂ ਹਉਮੈ ਨੂੰ ਖਤਮ ਕਰਨਾ ਪਏਗਾ। ਗਿਰਹੀ ਮਹਿ ਸਦਾ ਹਰ ਜਾਣੇ ਉਦਾਸੀ, ਗਿਆਨ ਤਤ ਵਿਚਾਰੇ। ਲੋਕਾਂ ਨੇ ਚਿੰਤਾਵਾਂ ਤੋਂ ਮੁਕਤ ਹੋਣ ਵਾਸਤੇ ਘਰ ਛੱਡਣੇ ਸ਼ੁਰੂ ਕਰ ਦਿੱਤੇ, ਜੰਗਲਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਪਰ ਮੇਰੇ ਪਾਤਸ਼ਾਹ ਜੀ ਕਹਿੰਦੇ ਘਰ ਛੱਡਣ ਦੀ ਲੋੜ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਹ ਤੇ ਤੇਰੇ ਅੰਦਰ ਬੈਠਾ, ਕਾਦੇ ਵਾਸਤੇ ਤੂੰ ਘਰ ਛੱਡ ਕੇ, ਪਰਿਵਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਉਸ ਨੂੰ ਲੱਭਦਾ? ਉਹਨੂੰ ਅੰਦਰੋਂ ਲੱਭ। ਜਿਨ੍ਹਾਂ ਨੇ ਵੀ ਅੱਜ ਤੱਕ ਪਾਇਆ ਉਹਨਾਂ ਨੇ ਅੰਦਰੋਂ ਪਾਇਆ, ਕਿਉਂਕਿ ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਕਾਇਆ ਨੂੰ ਖੋਜ, ਆਪਣੇ ਅੰਦਰ ਦੀ ਖੋਜ ਕਰ। ਗੁਰਬਾਣੀ ਦਾ ਚਾਨਣ ਲੈ ਕੇ ਖੋਜ ਉੱਥੇ ਕੀਤੀ ਜਾਂਦੀ ਜਿੱਥੇ ਹਨੇਰਾ ਹੋਵੇ। ਜਿੱਥੇ ਪ੍ਰਕਾਸ਼ ਹੈ ਉੱਥੇ ਤਾਂ ਸਾਰੀਆਂ ਚੀਜ਼ਾਂ ਸਾਹਮਣੇ ਨੇ। ਜਿਹੜੇ ਕਮਰੇ ਵਿੱਚ ਹਨੇਰਾ, ਉੱਥੇ ਖੋਜ ਕਰਨੀ ਪੈਂਦੀ, ਲੱਭਣਾ ਪੈਂਦਾ ਹੈ ਤੇ ਹੱਥ ਵਿੱਚ ਟਾਰਚ ਲੈ ਕੇ ਜਾਣਾ ਪੈਂਦਾ। ਇਸ ਕਰਕੇ ਮਹਾਰਾਜ ਕਹਿੰਦੇ ਸ਼ਬਦ ਦਾ ਦੀਪਕ ਆਪਣੇ ਅੰਦਰ ਜਗਾ, ਅੰਦਰੋਂ ਲੱਭ
ਤੈਨੂੰ ਪ੍ਰਮਾਤਮਾ ਲੱਭ ਜਾਵੇਗਾ। ਤੂੰ ਗ੍ਰਸਤ ਵਿੱਚ ਰਹਿੰਦਿਆਂ, ਬੱਚੇ ਪਾਲਦਿਆਂ, ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਉਦਾਸੀਨ ਰਵੇਂਗਾ, ਇਹਨਾਂ ਤੋਂ ਉਪਰਾਮ ਰਵੇਂਗਾ, ਇਹਨਾਂ ਦੇ ਮੋਹ ਵਿੱਚ ਨਹੀਂ ਫਸੇਗਾ। ਪਰ ਗਿਆਨ ਤੱਤ ਦੀ ਤੈਨੂੰ ਵਿਚਾਰ ਕਰਨੀ ਪਏਗੀ, ਗੁਰੂ ਦੇ ਗਿਆਨ ਨੂੰ ਸਮਝਣਾ ਪਏਗਾ। ਜੋ ਗਿਆਨ ਮਹਾਰਾਜ ਨੇ ਤੱਤ ਗਿਆਨ ਗੁਰਬਾਣੀ ਰਾਹੀਂ ਬਖਸ਼ਿਆ ਨਾ, ਇਹ ਕੋਈ ਦੁਨਿਆਵੀ ਗਿਆਨ ਨਹੀਂ ਜਿਹੜਾ ਗੁਰਬਾਣੀ ਅੰਦਰ ਹੈ। ਦੁਨਿਆਵੀ ਗਿਆਨ ਤਾਂ ਕਿਤਾਬਾਂ ਵਿੱਚ ਭਰਿਆ ਪਿਆ ਹੈ। ਇਹ ਉਸ ਮਾਲਕ ਦਾ ਸੱਚਾ ਗਿਆਨ ਹੈ। ਸਾਡੀ ਉਂਗਲ ਫੜ ਕੇ ਸਾਨੂੰ ਉਸ ਮਾਲਕ ਤੱਕ ਲੈ ਜਾਂਦਾ ਇਸ ਪਾਵਨ ਬਾਣੀ ਦਾ ਗਿਆਨ। ਜਿਨ੍ਹਾਂ ਨੇ ਇਸ ਦੀ ਵਿਚਾਰ ਕੀਤੀ ਉਹ ਗ੍ਰਸਤ ਵਿੱਚ ਰਹਿੰਦਿਆਂ ਉਦਾਸੀਨ ਹੋ ਗਏ, ਭਾਵ ਮੋਹ ਮਾਇਆ ਦੇ ਜਾਲ ਵਿੱਚ ਨਹੀਂ ਫਸੇ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਰਾਖਿਆ ਔਰ ਧਾਰੀ। ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਸੇਵਿਆ, ਯਾਦ ਕੀਤਾ, ਸਿਮਰਨ ਕੀਤਾ, ਗੁਰੂ ਦੀ ਸੇਵਾ ਕੀਤੀ, ਉਹਨਾਂ ਨੇ ਸਦੀਵੀ ਸੁਖ ਪ੍ਰਾਪਤ ਕਰ ਲਿਆ। ਛਿਨ ਭੰਗਰ ਸੁਖ ਮਾਇਆ ਦੇ ਵਿੱਚ, ਦੁਨਿਆਵੀ ਸੁਖ ਮਾਇਆ ਦੇ ਵਿੱਚ, ਉਹਦੇ ਵਾਸਤੇ ਅਸੀਂ ਮਿਹਨਤ ਕਰਦੇ, ਨੌਕਰੀ ਕਰਦੇ, ਵਪਾਰ ਕਰਦੇ ਤੇ ਦੁਨਿਆਵੀ ਸੁੱਖ ਆਪਣੇ ਘਰਾਂ ਵਿੱਚ ਬਣਾਉਨੇ। ਪਰ ਜਿਹੜੇ ਅੰਦਰ ਦੇ ਟਿਕਾ ਵਾਲਾ ਸਦੀਵੀ ਸੁੱਖ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਸਤਿਗੁਰੂ ਦੀ ਸੇਵਾ ਵਿੱਚ, ਸਤਿਗੁਰੂ ਜੀ ਦੇ ਸਿਮਰਨ ਵਿੱਚ ਹੈ। ਤੇ ਜਿਨ੍ਹਾਂ ਨੇ ਵੀ ਸਤਿਗੁਰੂ ਜੀ ਦਾ ਸੇਵਾ ਸਿਮਰਨ ਕੀਤਾ, ਗੁਰੂ ਦੇ ਨਾਲ ਜੁੜੇ, ਉਹ ਭਾਗਾਂ ਵਾਲੇ ਬਣ ਗਏ। ਉਹਨਾਂ ਨੇ ਮਾਲਕ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ, ਉਹਨਾਂ ਦੇ ਅੰਦਰ ਆ ਗਿਆ। ਇੱਕ ਵਾਰੀ ਬਾਣੀ ਨਾਲ ਸੰਬੰਧ ਜੋੜ ਲਿਆ, ਫਿਰ ਮਾਲਕ ਸਦਾ ਉਹਨਾਂ ਦੇ ਅੰਦਰ ਵਸ ਗਿਆ। ਇਹੋ ਮਨੁਆ ਦਹਿ ਦਿਸ ਧਾਵ ਦਾ, ਦੂਜਾ ਭਾਏ ਖੁਆਇਆ। ਆ ਜਿਹੜਾ ਸਾਡਾ ਮਨ ਹੈ ਨਾ, ਇਹ ਦਸਾਂ ਦਿਸ਼ਾ ਦੇ ਵਿੱਚ ਦੌੜਦਾ, ਕਦੇ ਟਿਕ ਕੇ ਨਹੀਂ ਬਹਿੰਦਾ। ਅਸੀਂ ਬੈਠੇ ਆ, ਸਾਨੂੰ ਇੱਥੇ ਛੱਡ ਕੇ ਆਪ ਪਤਾ ਨਹੀਂ ਕਿੱਧਰ ਚਲੇ ਜਾਂਦਾ ਹੈ। ਅਸੀਂ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਬਾਣੀ ਪੜ੍ਹਦੇ, ਇੰਨੀ ਚਲਾਕੀ ਸਾਡੇ ਨਾਲ ਕਰਦਾ ਹੈ। ਕੋਈ ਬੰਦਾ ਦੁਨੀਆ 'ਚ ਚਲਾਕੀ ਕਰੇ ਤੇ ਆਪਾਂ ਉਹਦਾ ਕਦੇ ਵੀ ਸਾਥ ਨਹੀਂ ਦੇਵਾਂਗੇ, ਉਹਦੇ ਕਦੇ ਆਖੇ ਨਹੀਂ ਲੱਗਾਂਗੇ। ਇਹ ਗੁਟਕਾ ਸਾਹਿਬ ਸਾਡੇ ਹੱਥ ਵਿੱਚ ਫੜਾ ਕੇ ਆਪ ਬਾਹਰ ਨਿਕਲ ਜਾਂਦਾ ਹੈ। ਅਸੀਂ ਵਾਹਿਗੁਰੂ ਜਪਣ ਲੱਗਦੇ ਹਾਂ, ਅਸੀਂ ਸੇਵਾ ਕਰਨ ਲੱਗਦੇ ਹਾਂ, ਸਾਨੂੰ ਬਿਠਾ ਕੇ ਆਪ ਵਿੱਚੋਂ ਨਿਕਲ ਜਾਂਦਾ ਹੈ। ਸਰੀਰ ਲੱਗਾ ਰਹਿੰਦਾ। ਕਈ ਵਾਰ ਬਾਣੀ ਪੜ੍ਹਦੇ ਹਾਂ, ਪਤਾ ਹੀ ਨਹੀਂ ਲੱਗਦਾ ਜਪਜੀ ਸਾਹਿਬ ਕਦੋਂ ਸਮਾਪਤ ਹੋ ਗਿਆ, ਮਨ ਕਿਧਰੇ ਤੁਰਿਆ ਫਿਰਦਾ। ਮਹਾਰਾਜ ਜੀ ਕਹਿੰਦੇ ਇਹ ਜਿਹੜਾ ਮਨ ਹੈ ਦਸਾਂ ਦਿਸ਼ਾ ਦੇ ਵਿੱਚ ਦੌੜਦਾ ਹੈ, ਕਿਉਂਕਿ ਦੂਜੇ ਭਾਅ ਦੇ ਵਿੱਚ, ਦਵੈਤ ਦੇ ਵਿੱਚ ਇਸ ਨੂੰ ਖੁਆਰ ਕੀਤਾ ਹੋਇਆ। ਇੱਕ ਦੇ ਨਾਲ ਇਹਦਾ ਸੰਬੰਧ ਨਹੀਂ, ਇਹ ਸੰਸਾਰ ਦੀਆਂ ਬਹੁਤੀਆਂ ਵਿਚਾਰਾਂ ਵਿੱਚ ਪਿਆ, ਇਸ ਕਰਕੇ ਖੁਆਰ ਹੋਇਆ। ਇਹ ਟਿਕਦਾ ਨਹੀਂ ਇੱਕ ਜਗ੍ਹਾ ਦੇ ਉੱਪਰ। ਮਨ ਮੁਖ ਮੁਗਧ ਹਰ ਨਾਮ ਨਾ ਚੇਤਾ, ਬਿਰਥਾ ਜਨਮ ਗਵਾਇਆ। ਮਨਮੁਖ ਕਿੰਨਾ ਮੂਰਖ ਹੈ, ਮਹਾਰਾਜ ਨੇ ਕਿਹਾ। ਕਹਿੰਦੇ ਵਾਹਿਗੁਰੂ ਜੀ ਦੇ ਨਾਮ ਨੂੰ ਕਦੇ ਚੇਤੇ ਨਹੀਂ ਕਰਦਾ। ਆ ਹੀਰੇ ਵਰਗਾ ਕੀਮਤੀ ਜਨਮ ਜਿਹੜੀ ਕਾਇਆ ਮਾਲਕ ਨੇ ਦਿੱਤੀ। ਕਈ ਵਾਰ ਅਸੀਂ ਕਹਿੰਦੇ ਮਾਇਆ ਥੋੜੀ ਹੋਵੇ ਨਾ, ਤੇ ਬੰਦਾ ਕਹਿੰਦਾ ਮੈਨੂੰ ਪ੍ਰਮਾਤਮਾ ਨੇ ਕੀ ਦਿੱਤਾ, ਮੈਨੂੰ ਤਾਂ ਕੁਛ ਨਹੀਂ ਦਿੱਤਾ। ਭਾਗਾਂ ਵਾਲਿਓ, ਜਿਹਨੂੰ ਤੰਦਰੁਸਤ ਸਰੀਰ ਮਾਲਕ ਨੇ ਦਿੱਤਾ, ਸਮਝੋ ਮਾਲਕ ਨੇ ਬੜਾ ਕੁਝ ਦੇ ਦਿੱਤਾ। ਤੇ ਉਹਦੇ ਤੋਂ ਅੱਗੇ ਜਿਹਨੂੰ ਗੁਰੂ ਘਰ ਆਉਣ ਦੀ ਸੋਝੀ, ਗੁਰਬਾਣੀ ਪੜ੍ਹਨ ਦੀ, ਵਿਚਾਰਨ ਦੀ, ਸਿਮਰਨ ਸੇਵਾ ਕਰਨ ਦੀ ਸੋਝੀ, ਦੁਨੀਆ ਦਾ ਭਲਾ ਕਰਨ ਦੀ ਸੋਝੀ, ਸੱਚ ਕਮਾਉਣ ਦੀ ਸੋਝੀ ਦੇਤੀ, ਸਮਝੋ ਮਾਲਕ ਨੇ ਸਭ ਕੁਝ ਹੀ ਝੋਲੀ ਵਿੱਚ ਪਾ ਦਿੱਤਾ, ਕੁਝ ਵੀ ਸਾਡੇ ਤੋਂ ਲੁਕੋਇਆ ਨਹੀਂ। ਮਹਾਰਾਜ ਜੀ ਕਹਿੰਦੇ ਮਨਮੁਖ ਕਿੰਨਾ ਮੂਰਖ ਹੈ, ਮਾਲਕ ਨੂੰ ਯਾਦ ਨਹੀਂ ਕਰਦਾ, ਹੀਰੇ ਵਰਗੇ ਜਨਮ ਨੂੰ ਵਿਅਰਥ ਗਵਾ ਰਿਹਾ ਹੈ। ਸਤਿਗੁਰ ਭੇਟੇ ਤਾ ਨਾਉ ਪਾਏ, ਹਉ ਮੈਂ ਮੋਹ ਚੁਕਾਇਆ। ਜੇ ਸੱਚੇ ਗੁਰੂ ਦਾ ਮਿਲਾਪ ਹੋ ਜਾਏ ਤੇ ਫਿਰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਦਾ, ਗੁਰੂ ਦੇ ਕੋਲ ਆਉਣਾ ਪੈਂਦਾ ਹੈ। ਸਾਡੇ ਧਰਮ ਵਿੱਚ ਵਿਧਾਨ ਹੈ, 5 ਪਿਆਰੇ ਸਹਿਬਾਨਾਂ ਕੋਲ ਆਣ ਕੇ ਅੰਮ੍ਰਿਤ ਪਾਨ ਕਰਦੇ ਹਾਂ। ਗੁਰ ਮੰਤਰ, ਮੂਲ ਮੰਤਰ ਦ੍ਰਿੜ ਕਰਵਾਇਆ ਜਾਂਦਾ ਹੈ। ਫਿਰ ਉਸ ਦੀ ਕਮਾਈ ਅਭਿਆਸ ਕਰਦੇ ਹਾਂ। ਗੁਰਬਾਣੀ ਦੀ ਵਿਚਾਰ, 5 ਪਿਆਰੇ ਨਿਤਨੇਮ ਦੱਸਦੇ ਨੇ, ਸਿਮਰਨ ਦੱਸਦੇ ਨੇ, ਨਾਲ ਕਹਿੰਦੇ ਗੁਰਬਾਣੀ ਦਾ ਸਹਿਜ ਪਾਠ ਵਿਚਾਰ ਕਰਨੀ ਜੀਵਨ ਦੇ ਅੰਦਰ। ਜਦੋਂ ਸੱਚੇ ਗੁਰੂ ਦਾ ਮਿਲਾਪ ਹੁੰਦਾ, ਨਾਮ ਦੀ ਪ੍ਰਾਪਤੀ ਹੁੰਦੀ ਹੈ। ਅੰਦਰੋਂ ਹਉਮੈ ਤੇ ਮੋਹ ਜਿਹੜੇ ਦੋ ਵੱਡੇ ਔਗਣਿਆਂ ਨਿਕਲ ਜਾਂਦੇ। ਮੋਹ ਕਹਿੰਦਾ ਆ ਮੇਰਾ, ਇਹਦਾ ਭਲਾ ਹੋਣਾ ਚਾਹੀਦਾ, ਬਗਾਨਾ ਇਹਦਾ ਮੈਂ ਭਲਾ ਨਹੀਂ ਕਰਨਾ। ਦੁਨੀਆ ਵਿੱਚ ਮਨੁੱਖ ਕੀ ਕਰਦਾ, ਆਪਣੇ ਬੱਚਿਆਂ ਲਈ ਕਮਾਈ ਕਰਨ ਵਾਸਤੇ ਮਿਲਾਵਟੀ ਚੀਜ਼ਾਂ ਤਿਆਰ ਕਰਕੇ ਦੂਜਿਆਂ ਦੇ ਗੁਰਦੇ ਫੇਲ ਕਰ ਦਿੰਦਾ ਹੈ। ਦੂਜਿਆਂ ਦੇ ਵਾਸਤੇ ਦੁੱਖ ਪੈਦਾ ਕਰਦਾ, ਆਪਣੇ ਬੱਚਿਆਂ ਦੇ ਵਾਸਤੇ ਸੁੱਖ ਪੈਦਾ ਕਰਦਾ ਹੈ। ਦੂਜੇ ਦੀ ਜੇਬ ਤੇ ਡਾਕਾ ਮਾਰਦਾ, ਭ੍ਰਿਸ਼ਟਾਚਾਰ ਕਰਦਾ, ਉਹਦੇ ਤੋਂ ਪੈਸਾ ਲੈ ਕੇ ਆਪਣੇ ਬੱਚਿਆਂ ਦੇ ਵਾਸਤੇ ਘਰ ਵਿੱਚ ਸੁੱਖ ਬਣਾਉਂਦਾ। ਪਰ ਜਦੋਂ ਸਤਿਗੁਰੂ ਦਾ ਮਿਲਾਪ ਹੋ ਗਿਆ, ਨਾਮ ਦੀ ਪ੍ਰਾਪਤੀ, ਹੰਕਾਰ ਵੀ ਨਿਕਲ ਜਾਏਗਾ, ਮੋਹ ਵੀ ਨਿਕਲ ਜਾਏਗਾ। ਫਿਰ ਕੁਰਸੀ ਤੇ ਭਾਵੇਂ ਕੋਈ ਆਫੀਸਰ ਬਣ ਕੇ ਬੈਠਾ, ਤਾਂ ਵੀ ਉਹ ਗੁਰੂ ਦਾ ਸਿੱਖ ਤੇ ਗੁਰਮੁਖ ਹੋਏਗਾ, ਉਹ ਗੁਰੂ ਦੇ ਨਾਲ ਜੁੜਿਆ ਹੋਏਗਾ। ਹਰ ਜਨ ਸਾਚੇ ਸਾਚ ਕਮਾਵਹਿ, ਗੁਰ ਕੈ ਸ਼ਬਦ ਵਿਚਾਰੀ। ਜਿਹੜੇ ਵਾਹਿਗੁਰੂ ਜੀ ਦੇ ਜਨ ਨੇ, ਰੱਬ ਦੇ ਪਿਆਰੇ ਨੇ, ਉਹ ਸੱਚੇ ਨੇ,
ਸੱਚ ਦੀ ਕਮਾਈ ਕਰਦੇ, ਕਿਉਂਕਿ ਉਹਨਾਂ ਦਾ ਜੀਵਨ ਸੱਚ ਨਾਲ ਜੁੜਿਆ ਹੈ ਤੇ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚ ਸਦਾ ਜੁੜੇ ਰਹਿੰਦੇ, ਤਾਂ ਕਰਕੇ ਜਿਹੜੇ ਔਗਣਿਆ ਉਹਨਾਂ ਦੇ ਲਾਗੇ ਨਹੀਂ ਆਉਂਦੇ। ਵੈਸੇ ਦੇਹੀ ਦੇ ਵਿੱਚ ਹੀ 5 ਚੋਰ ਬੈਠੇ ਆ, ਚੋਰ ਬਾਹਰੋਂ ਆ ਜਾਵੇ ਘਰ ਵੜਦਾ ਤੇ ਘਰ ਲੁੱਟ ਕੇ ਲੈ ਜਾਂਦਾ। ਮਹਾਰਾਜ ਕਹਿੰਦੇ ਇਸ ਦੇਹੀ ਅੰਦਰ 5 ਚੋਰ ਵਸਹਿ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਦੁਨੀਆ ਨੂੰ ਆਵਾਜ਼ਾਂ ਮਾਰ, ਕਿਸੇ ਨੇ ਨਹੀਂ ਸੁਣਨੀ, ਗੁਰੂ ਨੂੰ ਆਵਾਜ਼ ਮਾਰ, ਗੁਰੂ ਸ਼ਬਦ ਦੀ ਦਾਤ ਦੇ ਕੇ ਤੇਰੇ ਅੰਦਰੋਂ ਚੋਰ ਕੱਢ ਦੇਵੇਗਾ। ਇਸ ਕਰਕੇ ਮਹਾਰਾਜ ਕਹਿੰਦੇ ਸ਼ਬਦ ਦੀ ਵਿਚਾਰ ਕਰ। ਆਪੇ ਮੇਲ ਲਏ ਪ੍ਰਭ ਸਾਚਾ, ਸਾਚ ਰਖਿਆ ਉਰ ਧਾਰੀ। ਫਿਰ ਕਿਰਪਾ ਕੀਤੀ, ਜਦੋਂ ਸ਼ਬਦ ਨਾਲ ਜੁੜੇ ਆਪੇ ਸੱਚੇ ਪ੍ਰਮਾਤਮਾ ਨੇ ਸਾਨੂੰ ਆਪਣੇ ਨਾਲ ਮੇਲ ਲਿਆ, ਅਭੇਦ ਕਰ ਲਿਆ ਤੇ ਸੱਚ ਫਿਰ ਉਸ ਗੁਰਸਿੱਖ ਨੇ, ਉਸ ਪਿਆਰੇ ਨੇ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ। ਗੁਰਬਾਣੀ ਦਾ ਜੋ ਉਪਦੇਸ਼ ਸੀ ਨਾ, ਪਹਿਲਾਂ ਗੁਰਬਾਣੀ ਪੜ੍ਹੀ, ਸਰਵਣ ਕੀਤੀ, ਵਿਚਾਰ ਕੀਤੀ ਤੇ ਜੋ ਸੱਚ ਰਹੱਸ ਸੀ, ਤਤ ਗਿਆਨ ਸੀ, ਉਹ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲਿਆ। ਫਿਰ ਜੀਵਨ ਹੀ ਗੁਰਬਾਣੀ ਬਣ ਗਿਆ। ਸਾਧ ਸੰਗਤ ਵੇਖੋ, ਮਹਾਰਾਜ ਨੇ ਕਿਹਾ ਨਾ ਗੁਰਬਾਣੀ ਬਣੀਏ, ਫਿਰ ਜੀਵਨ ਹੀ ਗੁਰਬਾਣੀ ਵਰਗਾ ਬਣ ਗਿਆ। ਜੋ ਗੁਰਬਾਣੀ ਕਹਿੰਦੀ ਸੀ, ਗੁਰਸਿੱਖ ਦੇ ਜੀਵਨ ਵਿੱਚੋਂ ਗੱਲਾਂ ਸਾਹਮਣੇ ਆ ਜਾਂਦੀਆਂ। ਇਸ ਕਰਕੇ ਮਹਾਰਾਜ ਕਹਿੰਦੇ ਹਿਰਦੇ ਵਿੱਚ ਸੱਚ ਧਾਰਨ ਕਰ ਲਿਆ। ਨਾਨਕ ਨਾਵਹੁ ਗਤ ਮਤ ਪਾਈ, ਇਹਾ ਰਾਸ ਹਮਾਰੀ। ਸ਼ਬਦ ਦੀ ਅੰਤਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਗਤ ਸਾਧ ਸੰਗਤ ਜੀ ਸਾਨੂੰ ਅਵਸਥਾ ਮਿਲੀ, ਵਾਹਿਗੁਰੂ ਜੀ ਦੇ ਨਾਲ ਜੁੜਨ ਦੀ ਸੋਝੀ ਮਿਲੀ ਤੇ ਸਾਧ ਸੰਗਤ ਸ੍ਰੇਸ਼ਟ ਮਤ ਦੀ ਪ੍ਰਾਪਤੀ ਹੋਈ ਤੇ ਇਹ ਸਾਡੇ ਜੀਵਨ ਦੀ ਰਾਸ ਪੂੰਜੀ ਬਣ ਗਈ, ਪ੍ਰਮਾਤਮਾ ਦਾ ਨਾਮ। ਫਿਰ ਨਾਮ ਤੋਂ ਬਿਨਾਂ ਰਿਹਾ ਨਹੀਂ ਜਾਂਦਾ, ਨਾਮ ਦੇ ਨਾਲ ਜੁੜਿਆ ਹੀ ਜੀਵਨ ਮਿਲਦਾ। ਮਛਲੀ ਵਰਗਾ ਫਿਰ ਜੀਵਨ ਬਣ ਗਿਆ, ਜਿਵੇਂ ਪਾਣੀ ਤੋਂ ਬਿਨਾਂ ਨਹੀਂ। ਜਿਉ ਬਿਨ ਪਾਣੀਏ ਮਛਲੀ ਕਿਉਂ ਜੀਵਨ ਪਾਵੇ, ਬੂੰਦ ਵਿਹੂਣਾ ਚਾਤਰਿਕੋਂ ਕਿਉਂ ਕਰ ਤ੍ਰਿਪਤਾਵੇ। ਨਾਦ ਕੁਰੰਕਹ ਵਿਦਿਆ ਸਨਮੁਖ ਉਠ ਧਾਵੇ, ਭਵਰ ਲੋਭੀ ਕੁਸਮ ਬਾਸ ਕਾ ਮਿਲੇ ਆਪ ਬੰਦਾਵੇ। ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ਼ ਅਗਾਵੇ। ਐਸੀ ਅਵਸਥਾ ਬਣ ਗਈ। ਗੁਰੂ ਅਮਰਦਾਸ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਆਓ ਹੁਣ ਲੜੀਵਾਰ ਜੋ ਸ਼ਬਦ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਉਸ ਦੇ ਅਖਰੀ ਅਰਥਾਂ ਦੀ ਸਾਂਝ ਕਰੀਏ ਜੀ। ਗੋਂਡ ਮਹੱਲਾ ਪੰਜਵਾ, ਨਾਮ ਨਿਰੰਜਨ ਨੀਰ ਨਾਰਾਇਣ। ਗੋਂਡ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਮਹਾਰਾਜ ਕਹਿੰਦੇ ਭਾਈ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ, ਇਹ ਸਾਡੇ ਵਾਸਤੇ ਅੰਮ੍ਰਿਤ ਜਲ ਹੈ, ਪਵਿੱਤਰ ਹੈ। ਜਿਵੇਂ ਇਸ਼ਨਾਨ ਕਰਦੇ ਆ ਤੇ ਦੇਹ ਜਿਹੜੀ ਹੈ ਨਾ ਸ਼ੁੱਧ ਹੋ ਜਾਂਦੀ, ਮੈਲ ਉਤਰ ਜਾਂਦੀ। ਇਸ ਮਨ ਹਿਰਦੇ ਦਾ ਜਦੋਂ ਨਾਮ ਵਿੱਚ ਇਸ਼ਨਾਨ ਕੀਤਾ ਜਾਂਦਾ, ਮਨ ਹਿਰਦਾ ਸ਼ੁੱਧ ਹੋ ਜਾਂਦਾ ਹੈ। ਰਸਨਾ ਸਿਮਰਤ ਪਾਪ ਬਿਲਾਇਣ। ਜਿਹੜਾ ਮਨੁੱਖ ਰਸਨਾ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਸਿਮਰਦਾ, ਉਹਦੇ ਅੰਦਰੋਂ ਪਾਪ ਭੱਜ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਰਹਾਉ ਵਿਸ਼ਰਾਮ ਦੇ ਕੇ ਪਾਤਸ਼ਾਹ ਕਿਰਪਾ ਕਰਦੇ ਨੇ। ਨਾਰਾਇਣ ਸਭ ਮਾਹੇ ਨਿਵਾਸ। ਉਹ ਪ੍ਰਮਾਤਮਾ ਜਿਹੜਾ ਪਾਣੀ ਦੇ ਵਿੱਚ ਘਰ ਵਾਲਾ ਨਹੀਂ, ਜਿਹੜਾ ਸਾਰੀਆਂ ਜਗ੍ਹਾ ਤੇ ਜੀ ਦਾ ਨਿਵਾਸ ਹੈ। ਇੱਕ ਜਗ੍ਹਾ ਦੇ ਉੱਤੇ ਨਹੀਂ, ਪਿੱਕੇ ਜਗ੍ਹਾ ਦੇ ਉੱਤੇ ਹੀ ਹੈ। ਮਹਾਰਾਜ ਕਹਿੰਦੇ ਸਾਰਿਆਂ ਦੇ ਅੰਦਰ ਉਸ ਦਾ ਨਿਵਾਸ ਹੈ। ਨਾਰਾਇਣ ਘਟ ਘਟ ਪ੍ਰਗਾਸ। ਤੇ ਉਸ ਮਾਲਕ ਦਾ ਸਾਰੇ ਘਟਾਂ ਵਿੱਚ, ਸਰੀਰਾਂ ਵਿੱਚ, ਹਿਰਦਿਆਂ ਵਿੱਚ ਪ੍ਰਕਾਸ਼ ਹੈ। ਉਹਦੀ ਜੋਤ ਹੀ ਸਾਡੇ ਅੰਦਰ ਪ੍ਰਕਾਸ਼ ਹੋ ਰਹੀ ਹੈ। ਤੇ ਜਦ ਆਪਣੀ ਜੋਤ ਖਿੰਚੇ ਤੂੰ ਸੁਆਮੀ, ਜਦੋਂ ਆਪਣੀ ਜੋਤ ਸਾਡੇ ਅੰਦਰੋਂ ਖਿੱਚ ਲੈਂਦਾ ਹੈ ਤੇ ਸਾਧ ਸੰਗਤ ਫਿਰ ਕੋਈ ਕੁਝ ਵੀ ਨਹੀਂ ਕਰ ਸਕਦਾ। ਸਰੀਰ ਮਿੱਟੀ ਦੀ ਢੇਰੀ ਬਣ ਕੇ ਧਰਤੀ ਤੇ ਡਿੱਗ ਪੈਂਦਾ। ਇਸ ਕਰਕੇ ਉਹਦਾ ਨਿਵਾਸ ਸਾਰਿਆਂ ਦੇ ਵਿੱਚ ਹੈ। ਨਾਰਾਇਣ ਕਹਤੇ ਨਰਕ ਨਾ ਜਾਹੇ। ਜਿਹੜੇ ਮਾਲਕ ਨੂੰ ਜਪਣ ਵਾਲੇ ਨੇ ਨਾ, ਉਹ ਫਿਰ ਨਰਕ ਵਿੱਚ ਨਹੀਂ ਜਾਂਦੇ। ਨਰਕ ਕੀ ਹੈ? ਜਦੋਂ ਮਨੁੱਖ ਔਗਣਾਂ ਵਿੱਚ ਪੈ ਜਾਂਦਾ, ਨਸ਼ਿਆਂ ਵਿੱਚ ਗੁਲਤਾਨ ਹੋ ਜਾਂਦਾ ਹੈ ਤੇ ਜੀਵਨ ਨਰਕ ਬਣ ਜਾਂਦਾ। ਜੀਂਦਿਆਂ ਹੀ ਮਨੁੱਖ ਦਾ, ਜਿਨ੍ਹਾਂ ਦੇ ਘਰਾਂ ਵਿੱਚ ਨਸ਼ੇ ਆ ਗਏ, ਔਗਣ ਵਿਕਾਰ ਆ ਗਏ, ਇੰਨੇ ਕੁ ਗ੍ਰਸਤ ਹੋ ਗਏ, ਹਰ ਵੇਲੇ ਸਾਧ ਸੰਗਤ ਔਗਣਾ ਵਿਕਾਰਾਂ ਵਿੱਚ ਗ੍ਰਸਤ ਨੇ। ਜੀਵਨ ਨਰਕ ਬਣ ਗਿਆ। ਉੱਥੇ ਬੱਚੇ ਖੁਸ਼ ਨਹੀਂ, ਉੱਥੇ ਪਤਨੀ ਖੁਸ਼ ਨਹੀਂ, ਮਾਤਾ ਪਿਤਾ ਖੁਸ਼ ਨਹੀਂ। ਮਹਾਰਾਜ ਕਹਿੰਦੇ ਜਿਹੜੇ ਰੱਬ ਨਾਲ ਜੁੜਨਗੇ, ਵਾਹਿਗੁਰੂ ਜੀ ਨੂੰ ਜਪਣਗੇ, ਉਹ ਇਸ ਨਰਕ ਤੋਂ ਬਚ ਜਾਣਗੇ। ਨਾਰਾਇਣ ਸੇਵ ਸਗਲ ਫਲ ਪਾਹੇ। ਰੱਬ ਦਾ ਸਿਮਰਨ ਕਰਨ ਵਾਲਿਆਂ ਨੂੰ ਸਾਰੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਨਾਰਾਇਣ ਮਨ ਮਾਹੇ ਆਧਾਰ। ਉਸ ਮਾਲਕ ਦਾ ਆਪਣੇ ਮਨ ਦੇ ਵਿੱਚ ਆਧਾਰ, ਆਸਰਾ ਬਣਾ ਕੇ ਰੱਖਣਾ ਚਾਹੀਦਾ, ਉਹਦੇ ਵਿੱਚ ਜੁੜ ਕੇ ਰਹਿਣਾ ਚਾਹੀਦਾ ਹੈ। ਨਾਰਾਇਣ
ਬੋਹਿਤ ਸੰਸਾਰ। ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਸੰਸਾਰ ਨੂੰ ਪਾਰ ਕਰਨ ਦਾ, ਦੁੱਖਾਂ ਤੋਂ, ਕਲੇਸ਼ਾਂ ਤੋਂ, ਵਿਘਨਾਂ ਤੋਂ ਇੱਕ ਜਹਾਜ਼ ਰੂਪ ਹੈ। ਨਾਰਾਇਣ ਕਹਿਤ ਜਮ ਭਾਗ ਭੁਲਾਇਣ। ਮਾਲਕ ਦਾ ਨਾਮ ਲੈਣ ਦੇ ਨਾਲ ਵਿਕਾਰਾਂ ਰੂਪੀ ਜਮ ਜਿਹੜੇ ਨੇ ਭੱਜ ਜਾਂਦੇ ਨੇ, ਦੂਰ ਹੋ ਜਾਂਦੇ ਨੇ, ਕਦੇ ਨੇੜੇ ਨਹੀਂ ਆਉਂਦੇ, ਮਨੁੱਖ ਨੂੰ ਤੰਗ ਨਹੀਂ ਕਰਦੇ। ਨਾਰਾਇਣ ਦੰਤ ਭਾਨੇ ਡਾਇਣ। ਜਿਹੜੀ ਸਭ ਤੋਂ ਵੱਡੀ ਮਾਇਆ, ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ। ਦੂਜਾ ਲਾਇਆ ਸਾਨੂੰ ਰੱਬ ਨਾਲੋਂ ਤੋੜਦੀ ਇੱਕ ਮਾਇਆ ਡਾਇਣ, ਉਹਦੇ ਦੰਦ ਮਾਲਕ ਭੰਨ ਦਿੰਦਾ। ਫਿਰ ਜਦੋਂ ਨਾਮ ਵਿੱਚ ਜੁੜੇ, ਦੇ ਕੋਲ ਕਰੋੜਾਂ ਰੁਪਈਆ ਵੀ ਪਿਆ ਹੋਵੇ ਪਰ ਉਹਦੇ ਹੱਥ ਜੁੜੇ ਹੁੰਦੇ, ਅੰਦਰ ਨਿਮਰਤਾ ਹੁੰਦੀ, ਹਉਮੈ ਨਹੀਂ ਹੁੰਦੀ। ਨਾਰਾਇਣ ਸਦ ਸਦ ਬਖਸ਼ਿੰਦੂ। ਉਹ ਵਾਹਿਗੁਰੂ ਸਦਾ ਬਖਸ਼ਿੰਦ, ਦਿਆਲੂ, ਕਿਰਪਾਲੂ ਹੈ। ਨਾਰਾਇਣ ਕੀਨੇ ਸੁਖ ਆਨੰਦ। ਉਸ ਮਾਲਕ ਨੇ ਸਾਡੀ ਜ਼ਿੰਦਗੀ ਵਿੱਚ ਸੁੱਖ ਤੇ ਆਨੰਦ ਪੈਦਾ ਕੀਤੇ ਨੇ। ਨਾਰਾਇਣ ਪ੍ਰਗਟ ਕੀਨੋ ਪ੍ਰਤਾਪ। ਉਸ ਮਾਲਕ ਦੀ ਕਿਰਪਾ ਦੇ ਨਾਲ ਜੀਵ ਦਾ ਪ੍ਰਤਾਪ ਫਿਰ ਪ੍ਰਗਟ ਹੋਇਆ। ਜਦੋਂ ਉਹਦੇ ਵਿੱਚ ਜੁੜਿਆ ਤੇ ਇੱਕ ਨਿਮਾਣਾ ਜਿਹਾ ਜੀਵ ਸੀ ਸਾਧ ਸੰਗਤ, ਜਿਸ ਨੂੰ ਉਸਨੇ ਵਡਿਆਈ ਦੇ ਦਿੱਤੀ, ਪ੍ਰਤਾਪ ਪ੍ਰਗਟ ਕਰ ਦਿੱਤਾ। ਨਾਰਾਇਣ ਸੰਤ ਕੋ ਮਾਈ ਬਾਪ। ਉਹ ਆਪਣੇ ਪਿਆਰਿਆਂ ਦਾ ਮਾਈ ਬਾਪ ਹੈ। ਸੰਤ ਜਨ ਉਹਦੀ ਭਗਤੀ ਕਰਨ ਵਾਲੇ ਗੁਰਸਿੱਖ ਪਿਆਰੇ ਉਹਨੂੰ ਮਾਈ ਬਾਪ ਸਮਝ ਕੇ ਉਹਦੇ ਨਾਲ ਪਿਆਰ ਕਰਦੇ ਨੇ। ਨਾਰਾਇਣ ਸਾਧ ਸੰਗ ਨਾਰਾਇਣ। ਉਹ ਵਸਦਾ ਕਿੱਥੇ ਹੈ? ਸਾਧ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਨਾਰਾਇਣ ਦਾ ਵਾਸਾ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਬਾਰੰਬਾਰ ਨਾਰਾਇਣ ਗਾਇਣ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਬਾਰ-ਬਾਰ ਉਸ ਮਾਲਕ ਨੂੰ ਯਾਦ ਕਰ, ਉਹਦਾ ਸਿਮਰਨ ਕਰ। ਬਸਤ ਅਗੋਚਰ ਗੁਰ ਮਿਲ ਲਹੀ। ਜਿਹੜਾ ਇਸ ਦੇਹੀ ਦੇ ਵਿੱਚ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਹੈ, ਬਸਤ ਅਗੋਚਰ, ਉਹ ਆਪ ਸਾਡੇ ਅੰਦਰ ਆਪਣੀ ਉਹਨੇ ਜੋਤ ਟਿਕਾਈ ਹੈ। ਉਹ ਸਾਧ ਸੰਗਤ ਜੀ ਗੁਰੂ ਨੂੰ ਮਿਲ ਕਰਕੇ ਉਸ ਦੀ ਸੋਝੀ ਆਉਂਦੀ, ਪਤਾ ਲੱਗਦਾ ਹੈ। ਨਾਰਾਇਣ ਓਟ ਨਾਨਕ ਦਾਸ ਗਹੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਸ ਮਾਲਕ ਦੀ, ਅਕਾਲ ਪੁਰਖ ਦੀ ਓਟ ਮੈਂ ਪਕੜੀ ਹੈ। ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਹਿਰਦੇ ਚ ਵਸਾਈਏ। ਹੋਈਆਂ ਬੇਅੰਤ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣੀ, ਅੱਗੇ ਤੋਂ ਮਹਾਰਾਜ ਸਮਤ ਬਖਸ਼ਣ। ਧੰਨ ਗੁਰੂ ਰਾਮਦਾਸ ਮਹਾਰਾਜ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟਵਾਰ ਸ਼ੁਕਰਾਨਾ ਜਿਨ੍ਹਾਂ ਨੇ ਕਿਰਪਾ ਕੀਤੀ। ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਧੰਨਵਾਦ। ਆਪ ਸਮੂਹ ਸੰਗਤਾਂ ਦਾ ਧੰਨਵਾਦ। ਆਓ ਅੰਤਲੀਆਂ ਸ਼ਬਦ ਦੀਆਂ ਪਾਵਨ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਬੁਲਾਈਏ ਜੀ। ਨਾਰਾਇਣ ਸਾਧ ਸੰਗ ਨਾਰਾਇਣ। ਬਾਰੰਬਾਰ ਨਾਰਾਇਣ ਗਾਇਣ। ਬਸਤ ਅਗੋਚਰ ਗੁਰ ਮਿਲ ਲਹੀ। ਨਾਰਾਇਣ ਓਟ ਨਾਨਕ ਦਾਸ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ, ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।